ਭੌਰਾ ਫੁੱਲ ਦੀ ਸੁਗੰਧੀ ਮਨ ਦਾ ਉਸ ਵਿੱਚ ਬੰਦ ਹੁੰਦਾ ਹੈ, ਤਿਵੇਂ ਗੁਰਸਿੱਖ ਦਾ ਮਨ ਰੂਪੀ ਭੌਰਾ ਗੁਰੂ ਨਾਨਕ ਦੇ ਚਰਨ ਕਮਲਾਂ ਦੀ ਸੁਗੰਧਤ ਧੂੜੀ ਰੂਪੀ ਡੱਬੇ ਵਿੱਚ ਸਮਾਇਆ ਰਹਿੰਦਾ ਹੈ। ਬੜਾ ਸਿਫਤ ਕੀਤੀ, ਮਤਲਬ ਦੁਨੀਆ ਦੀ ਕੋਈ ਗੱਲ। ਹੁਣ ਅੱਜ ਵੀ ਮੈਨੂੰ ਇੱਕ ਫੋਨ ਦੇਖੋ ਆਇਆ ਸੀ ਕਿ ਹਿੰਦੂ ਵੀ ਰੱਬ ਨੂੰ ਪਾ ਸਕਦਾ ਹੈ, ਫਿਰ ਆਪਾਂ ਹਿੰਦੂ ਹੋ ਜਾਂਦੇ ਹਾਂ। ਇਹ ਤਾਂ ਬਾਣੀ ਸਾਰੀ ਗਲਤ ਹੋ ਗਈ। ਫਿਰ ਦੁਨੀਆ ਦੇ ਕਰੋੜਾਂ ਰਸ, ਦੁਨੀਆ ਦੇ ਕਰੋੜਾਂ ਹੋਰ ਆਨੰਦ ਬਾਬੇ ਨਾਨਕ ਦੇ ਚਰਨ ਕਮਲਾਂ ਦੇ ਬਰਾਬਰ ਨਹੀਂ। ਆਪਾਂ ਇਹ ਬਾਣੀ ਨੂੰ ਫਿਰ ਕੀ ਕਰੀਏ, ਪਾੜ ਦਈਏ ਕਿ ਸਾੜ ਦਈਏ? ਇਹਦਾ ਮਤਲਬ ਭਾਈ ਗੁਰਦਾਸ ਜੀ ਝੂਠ ਲਿਖੀ ਜਾਂਦੇ ਆ, ਐਵੇਂ ਹੀ ਲਿਖ ਕੇ, ਜੋ ਲਿਖ ਗਏ ਐਵੇਂ ਹੀ ਲਿਖ ਕੇ। ਨਹੀਂ, ਆਪਾਂ ਨੂੰ ਗਿਆਨ ਹੀ ਨਹੀਂ, ਆਪਾਂ ਪੜ੍ਹਦੇ ਹੀ ਨਹੀਂ, ਆਪਾਂ ਨੂੰ ਪਤਾ ਹੀ ਨਹੀਂ। ਸੋਵਤ ਪੈ ਸੁਪਨ, ਸੋਵਤ ਪੈ ਸੁਪਨ ਚਰਿੱਤਰ ਚਿੱਤਰ ਦੇਖਿਓ ਚਾਹੇ, ਤੋ ਸਹਿਜ ਸਮਾਧ ਵਿਖੇ ਉਨਮਨੀ ਜੋਤ ਹੈ। ਤੋ ਜੇ ਕੋਈ ਸੁੱਤਿਆਂ ਸੁਪਨੇ ਵਿੱਚ ਵੇਖੇ ਕੌਤਕ ਤਾਂ ਚਿੱਤਰ ਦੇਖਣਾ ਚਾਹੇ ਤਾਂ ਨਹੀਂ ਹੋ ਸਕਦਾ। ਤੋ ਇਉਂ ਹੀ ਨਾਮ ਸਿਮਰਨ ਦੀ ਬਖਸ਼ਿਸ਼ ਜੋ ਸਹਿਜ ਸਮਾਧੀ ਵਿੱਚ ਮਸਤੀ ਆ ਜਾਂਦੀ ਹੈ ਨਾ, ਉਨਮਨੀ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਉਨਮਨੀ ਜੋਤ ਉਹ ਦੱਸਿਆ ਨਹੀਂ ਜਾ ਸਕਦਾ, ਚਿਤਰਿਆ ਨਹੀਂ ਜਾ ਸਕਦਾ। ਸੁਰਾਪਾਨ ਸਵਾਦ ਮਤ ਵਾਰਾ ਪ੍ਰਤ ਪ੍ਰਸੰਨ ਜਿਉ ਨਿਜਰ ਅਪਾਰ ਧਾਰ ਅਨਭੇ ਉਦੋਤ ਹੈ। ਜਿਵੇਂ ਸ਼ਰਾਬ ਪੀਣ ਵਾਲੇ ਦੇ ਸਵਾਦ ਨਾਲ ਅਮਲੀ ਨੂੰ ਜੋ ਪ੍ਰਸੰਨਤਾ ਹੁੰਦੀ, ਅਮਲੀ ਸ਼ਰਾਬ ਪੀ ਕੇ ਜੋ ਖੁਸ਼ ਹੁੰਦਾ ਉਸ ਨੂੰ ਉਹੀ ਜਾਣਦਾ ਹੈ। ਤੋ ਤਿਵੇਂ ਅੰਮ੍ਰਿਤ ਰਸ ਦੀ ਇੱਕ ਰਸ ਅਪਾਰ ਧਾਰਾ ਚਸ਼ਮੇ ਵਾਂਗੂ ਇੱਥੇ ਝਰਨੇ ਵਾਂਗੂ ਝਰਦੀ ਹੈ ਤੇ ਪਰਮਾਤਮ ਗਿਆਨ ਦਾ ਪ੍ਰਕਾਸ਼ ਪ੍ਰਗਟਦਾ ਹੈ। ਉਹ ਕਥਿਆ ਨਹੀਂ ਜਾ ਸਕਦਾ, ਉਹੀ ਜਾਣਦਾ ਭਾਈ। ਜਿਹਨੂੰ ਅੰਮ੍ਰਿਤ ਰਸ ਦਸਮ ਦੁਆਰ ਚੋਂ ਆ ਰਿਹਾ ਉਹੀ ਜਾਣਦਾ, ਉਹੀ ਅਨਭੈ ਅਦੂਤ ਹੈ। ਉਹ ਅਨਭਵੀ ਪ੍ਰਕਾਸ਼ ਹੈ, ਅਨਭੈ ਅਦੂਤ ਹੈ, ਉਹ ਸੂਰਜ ਵਾਂਗੂ। ਉਹ ਫਿਰ ਉਹੀ ਜਾਣਦਾ ਭਾਈ। ਸੋ ਬਾਲਕ ਪੈ ਨਾਦ ਬਾਦ ਸ਼ਬਦ ਵਿਧਾਨ ਚਾਹੇ, ਅਨਹਦ ਧੁਨ ਰੁਣ ਚੁਣ ਸੁਰਤ ਸਰੂਤ ਹੈ। ਸੋ ਜਿਵੇਂ ਕੋਈ ਬਾਲਕ ਪਾਸੋਂ ਵਾਜੇ ਦੀ ਧੁਨੀ ਵਿੱਚ ਰਾਗ ਰਾਗਨੀਆਂ ਲਈ ਵਰਤੇ ਗਏ ਸ਼ਬਦਾਂ ਦਾ ਸੰਗੀਤ ਵਿਧਾਨ ਪੁੱਛਣਾ ਚਾਹੇ ਤਾਂ ਨਹੀਂ ਦੱਸ ਸਕਦਾ। ਤੋ ਤਿਵੇਂ ਹੀ ਸੁਰਤੀ ਦੁਆਰਾ ਸੁਣੀ ਜਾ ਰਹੀ ਅਨਹਦ ਧੁਨੀ ਨੂੰ ਬਹੁਤ ਪਿਆਰ ਨਾਲ ਜੋ ਰੁਣ ਛੁਣਕਾਰ ਆ ਰਹੀ ਹੈ, ਇਹ ਬਹੁਤ ਪਿਆਰ ਦੀ ਆਵਾਜ਼ ਮਿੱਠੀ ਧੁਨੀ ਵਿੱਚ, ਰੁਣ ਛੁਣਕਾਰ ਬਹੁਤ ਹੀ ਮਿੱਠੀ ਧੁਨੀ ਵਿੱਚ ਆ ਰਹੀ ਹੈ। ਉਹਦਾ ਬਿਆਨ ਨਹੀਂ ਹੋ ਸਕਦਾ, ਉਹ ਦੱਸ ਨਹੀਂ ਸਕਦਾ। ਕਿਉਂ ਕਿ ਉਹੋ ਜਿਹੀ ਧੁਨੀ, ਉਹੋ ਜਿਹੀ ਆਵਾਜ਼, ਉਹੋ ਜਿਹਾ ਰਸ, ਉਹੋ ਜਿਹੀ ਨਿਮਰਤਾ ਵਿੱਚ ਹੈ ਦੁਨੀਆ 'ਚ ਹੈ ਹੀ ਨਹੀਂ। ਉਹ ਅਕਥ ਕਥਾ ਵਿਨੋਦ ਸੋਈ ਜਾਣੇ ਜਾਂ ਮੈਂ ਬੀਤੇ, ਅਕਥ ਕਥਾ ਵਿਨੋਦ ਸੋਈ ਜਾਣੇ ਜਾਂ ਮੈਂ ਬੀਤੇ, ਚੰਦਨ ਸੁਗੰਧ ਜਿਉਂ ਤਰਵਰ ਨਾ ਗੋਤ ਹੈ। ਤੋ ਨਾਮ ਅਭਿਆਸ ਦੀ ਅਟੁੱਟ ਕਮਾਈ ਦੀ ਬਖਸ਼ਿਸ਼ ਜੋ ਅਨਹਦ ਧੁਨੀ ਅਤੇ ਇੱਕ ਰਸ ਅੰਦਰੋਂ ਵਾਹਿਗੁਰੂ ਦੀ ਆਵਾਜ਼ ਆਉਣੀ ਤੇ ਅੰਮ੍ਰਿਤ ਦੀ ਧਾਰਾ, ਅੰਮ੍ਰਿਤ ਧਾਰਾ ਜੋ ਇੱਥੋਂ ਧਾਰ ਵੱਗਦੀ ਹੈ, ਪ੍ਰਗਟ ਹੁੰਦੀ ਹੈ, ਤੇ ਉਸ ਦੀ ਅਚਰਜ ਕੌਤਕ ਦੀ ਕਥਾ ਅਕਥ ਹੈ। ਤੋ ਜਿਸ ਦੇ ਅੰਦਰ ਇਹ ਖੇਡ ਵਰਤਦੀ ਹੈ ਉਹੀ ਅਨੁਭਵ ਕਰਦਾ ਹੈ। ਜਿਵੇਂ ਚੰਦਨ ਦੀ ਸੁਗੰਧੀ ਦੇ ਆਨੰਦ ਨੂੰ ਪ੍ਰਾਪਤ ਹੋਏ ਬ੍ਰਿਸ਼ ਬੂਟਿਆਂ ਦੀ ਵੱਖਰੀ ਜਾਤ ਕੁੱਲ ਨਹੀਂ ਜਾਣੀ ਜਾਂਦੀ, ਉਹ ਸਾਰੇ ਕਹਿੰਦੇ ਚੰਦਨ ਚੰਦਨ। ਪ੍ਰੇਮ ਰਸ ਕੋ ਪ੍ਰਤਾਪ ਸੋਈ ਜਾਣੇ ਜਾਮੈ ਬੀਤੇ, ਮਦਨ ਮਦੋਨ ਮਤਵਾਰੋ ਜਗ ਜਾਣੀਏ। ਭਾਈ ਜਿਹਨੂੰ ਵਾਹਿਗੁਰੂ ਦੇ ਪ੍ਰੇਮ ਦਾ ਰਸ ਆਇਆ, ਅੰਮ੍ਰਿਤ ਰਸ ਆਇਆ, ਤਾਂ ਉਸ ਦੀ ਵਡਿਆਈ ਨੂੰ ਉਹੀ ਜਾਣਦਾ। ਤੋ ਜਿਸ ਦੇ ਅੰਦਰ ਇਹ ਦਸ਼ਾ ਵਾਪਰਦੀ ਹੈ, ਜਿਵੇਂ ਸ਼ਰਾਬ ਵਿੱਚ ਮਸਤ ਹੋਏ ਨੂੰ ਜਗਤ ਕਮਲਾ ਸਮਝਦੇ, ਮਦਨ ਮਦੋਨ ਮਤਵਾਰੋ ਜਗ ਜਾਣੀ। ਉਹਨੂੰ ਪੁੱਛ ਕੇ ਦੇਖੋ ਕਮਲ, ਉਹ ਸ਼ਰਾਬੀ ਜਿਹੜਾ ਮਸਤ ਹੈ ਘੁੰਮਦਾ, ਉਹਨੂੰ ਪੁੱਛੋ ਕਮਲ, ਘੂਰਮ ਹੋਏ ਘਾਇਲ ਸੋ ਘੂਮਤ ਰੂਣ ਦ੍ਰਿਗ, ਤੋ ਮਿੱਤਰ ਸਤਰਤਾ ਨਿਲਜ ਲਜਾ ਹੂ ਲਿਜਾਣੀਏ। ਸੋ ਭਾਈ ਜਿਵੇਂ ਯੁੱਧ ਵਿੱਚ ਫੱਟੜ ਯੋਧਾ ਚਕਰਾਇਆ ਹੋਇਆ ਲਾਲ ਅੱਖਾਂ ਨਾਲ ਰਣ ਭੂਮੀ ਵਿੱਚ ਘੁੰਮਦਾ ਹੈ, ਸੋ ਉਹ ਮਿੱਤਰਤਾ ਤੇ ਵੈਰ ਭਾਵਨਾ ਵੱਲੋਂ ਨਿਲੱਜ ਹੋ ਕੇ ਲੱਜਾ ਨੂੰ ਤਿਆਗ ਦਿੰਦਾ। ਤੋ ਘੂਰਮ ਦੇਖਿਆ ਜੀ, ਘੂਰਮ ਹੋਏ ਦੌੜ ਭੋਰਾ ਹੋਇਆ,
ਚਕਰਾਇਆ ਹੋਇਆ। ਘਾਇਲ ਸੋ ਘੁੰਮਤ ਅਰੁਣ ਦ੍ਰਿਗ, ਘਾਇਲ ਹੋ ਗਿਆ ਭਾਈ, ਉਹ ਘਾਇਲ ਹੋਇਆ ਹੋਇਆ ਪਟੜੇ ਘੁੰਮਦਾ ਹੈ। ਅਰੁਣ ਲਾਲ ਅਰੁਣ ਦ੍ਰਿਗ ਨੇਤਰ। ਸੋ ਰਸਨਾ ਰਸੀਲੀ ਕਥਾ ਅਕਥ ਕਹਿ ਮੋਨ ਵਰਤ, ਅਨ ਰਸ ਰਹਿਤ ਨਾ ਉਤਰ ਬਖਾਨੀਏ। तो प्रभु प्रेम दे मतवाले ही रसना, प्रभु प्रेम दे मतवाले मस्त दी रसना, जबान नाम सिमरन दी कथ कथा करके रस गीधी हुंदी है। तो जिस करके वो चुप साधी रखदी है, तो होर स्वादां दे रहत हुंदा है। सारे स्वाद उन्हें चंगे नहीं लगदे, फिक्के लगदे है। तो किसी दे पुछिया भी कोई उत्तर नहीं दिंदा, चुप है। सुरत संकोच समस्वर, अस तुत निंदा, पग डगमग जत कत बिसमानीए। तो इसे तरह भाई अगम्मी प्रीति का रसिया अपनी सुरत नूं सब तरह दीयां इच्छावां तो संकोची रखदा है। इसलिए उस्तत निंदा इक्को जिहियां हुंदियां हन। नाम की मस्ती विच जिथे किथे इधर उधर उसके पैर डगमगांदे जापदे हन ਅਤੇ ਅਸਤਰਜ ਲੌਕਿਕ ਦਸ਼ਾ ਵਿੱਚ ਵਿਚਰਦਾ ਦਿਸਦਾ ਹੈ। ਤੋ ਤਨਕ ਹੀ ਜਾਮਨ ਕੈ ਦੁੱਧ दूध दध होत जैसे, तनक ही जामन कै दूध दध होत जैसे। तो तनक ही कांसी परे दूध फाट जात है। तनक मैंने रत्ता को, जामन मैंने होंदा जाग। तो जिवें रता जिन्नी दुध नूं जाग ला दईए तो दुध दा दही बन जाता है, पर रता जिन्नी कांजी दी छिट पाए दुध फिट जाता है। देखो ना, वो भी रत्ता ही है, वो भी रत्ता को है, वो भी रत्ता को वो भी है। कनक सो बीज बोए बिरख विस्तार होए, तनक ही बीज बोए बिरख विस्तार होए। तो तनक ही चिनक परे भस्म होए समात है। जिवें निक्का जिहा बीजन नाल वड्डा विस्तार वाला वृक्ष जिवें बोड़ हो जाता है, पिपल हो जाता है, जामन हो जाता है, अंब हो जाता है, पर रता जिन्नी अग दी चंगियाड़ी नाल भस्म हो के सारे वृक्ष मिट्टी विच सुआह मिल जाती है। देख लो, तनक ही खाए बिख होत है विनाश काल। तो तनक ही अमृत कै अमर होए गात है। जिवें रता को जहर खान नाल अंतकाल हो जाता है, मरण हो जाता है, पर थोड़ा जिहा अमृत पीन नाल शरीर अमर हो जाता है, आत्मा अमर हो जाती है। आत्मा शरीर तो मरना ही मरना है। तो संगत असाध साध गनका विवाहता ज्यों, तनक में उपकार और विकार घात है। जिवें वेशवा ते सुहागन इस्त्री की संगत दे भैड़े चंगे प्रभाव पैन वांग मनमुखां ते गुरमुखां की संगत है। मनमुखां की संगत थोड़े चिर विच ही शुभ कर्मां दा नाश कर दिंदी है, ते गुरमुखां की संगत खोटे कर्मां दा नाश कर दिंदी है। देखिए जी, तो संगत असाध साध गन का विवाहता, एक व्याही हुई है, एक कंजरी है। तो तनक में उपकार और विकार घात है। साध संग दृष्ट सर दर्श कै ब्रह्म ज्ञान, साध संग दृष्ट दर्श कै ब्रह्म ज्ञान, ब्रह्म ध्यान। सोई तो असाध संग दृष्ट विकार है। तो साध संगत दे दर्शन विच अखां दी दृष्टि लगन नाल वाहिगुरू विच सुरत जुड़दी है, पर उही दृष्टि मनमुखां दी संगत विच विकारी हो जाती है। यह साध संगत दृष्ट दर्श के ब्रह्म ध्यान सुरती वाहिगुरू विच लगदी है। तो सोई तो असाध संग दृष्ट विकार है। साध संग शब्द सुरत कै ब्रह्म ज्ञान, सोई तो असाध संग बाध हंकार है। साध संगत विच सतगुरु दे दृढ़ाए शब्द सुरत दे मेल नाल वाहिगुरू दी सोझी हो आउंदी है, पर उही सुरत
ਕੁਸੰਗਤ ਵਿੱਚ ਲੱਗਣ ਨਾਲ ਵਾਦ ਵਿਵਾਦ ਤੇ ਹੰਕਾਰ ਦਾ ਕਾਰਨ ਬਣਦੀ। ਸਾਧ ਸੰਗ ਅਸਨ ਬਸਨ ਕੈ ਮਹਾਪ੍ਰਸਾਦ, ਸੋਈ ਤੋਂ ਅਸਾਧ ਸੰਗ ਬਿਖਮ ਹਾਰ ਹੈ। ਤੋ ਗੁਰਮੁਖਾਂ ਦੀ ਸੰਗਤ ਕਰਕੇ ਸਾਦਾ ਖਾਣਾ ਪਹਿਰਨਾ ਪ੍ਰਭੂ ਦੀ ਅਪਾਰ ਕਿਰਪਾ ਰੂਪੀ ਮਹਾਨ ਉੱਤਮ ਪ੍ਰਸਾਦ ਹੈ। ਪਰ ਮਨਮੁਖਾਂ ਦੀ ਸੰਗਤ ਵਿੱਚ ਉਹਨਾਂ ਦਾ ਖਾਣਾ ਸ਼ਰਾਬ ਦੁਖਦਾਈ ਤੇ ਕਸ਼ਟ ਦੇਣ ਵਾਲਾ। ਦੁਰਮਤ ਜਨਮ ਮਰਨ ਹੋਏ ਅਸਾਧ ਸੰਗ, ਗੁਰਮਤ ਸਾਧ ਸੰਗ ਮੁਕਤ ਦੁਆਰ ਹੈ। ਸੋ ਖੋਟੀ ਮਤ ਕਾਰਨ ਮਨਮੁਖਾਂ ਦੀ ਸੰਗਤ ਜਨਮ ਮਰਨ ਆਵਾ ਗਾਉਣ ਦਾ ਕਾਰਨ ਬਣਦੀ ਹੈ, ਜਦ ਕਿ ਗੁਰੂ ਦੀ ਮਤ ਨੂੰ ਗ੍ਰਹਿਣ ਕਰਨ ਵਾਲੇ ਸਾਧੂ ਪੁਰਸ਼ਾਂ ਦੀ ਸੰਗਤ ਮੁਕਤੀ ਦਾ ਦੁਆਰਾ ਬਣ ਜਾਂਦੀ, ਮੁਕਤੀ ਦਾ ਦੁਆਰਾ ਬਣ ਜਾਂਦੀ ਹੈ। ਦੇਖਿਆ ਆਪਾਂ ਕਹਿੰਦੇ ਮੁਕਤੀ ਹੈ ਹੀ ਨਹੀਂ, ਕੋਈ ਬੰਦਾ ਮੁਕਤੀ ਨੂੰ ਨਹੀਂ ਮੰਨਦਾ। ਮੁਕਤੀ ਕਿਵੇਂ ਹੁੰਦੀ ਆ ਤੇ ਜਨਮ ਮਰਨ ਦਾ ਗੇੜ ਕਿਵੇਂ ਪੈਂਦਾ ਆ, ਕਿਸੇ ਨੂੰ ਅਸਲੀ ਤੌਰ ਤੇ ਪਤਾ ਹੀ ਨਹੀਂ। ਅਗਲੀ ਪੀੜ੍ਹੀ ਸੂਖਸ਼ਮ ਬਾਰੇ ਮਤਲਬ ਕੋਈ ਵੀ ਨਹੀਂ ਜਾਣਦਾ। ਸੋ ਗੁਰਮਤ ਚਰਮ ਦ੍ਰਿਸ਼ਟ, ਚਮ ਦ੍ਰਿਸ਼ਟੀ, ਬਾਹਰਮੁਖੀ ਦ੍ਰਿਸ਼ਟੀ, ਦਿਵ ਦ੍ਰਿਸ਼ਟ ਹੋਏ तो दुर्मत लोचन अछत अंध कंध है। भाई सत गुरु दी मत ग्रहण करने वाला, अमृत छक लैन वाला, नाल बाहरमुखी चम दृष्टि, देवी ज्ञान दृष्टि हो जाती, चम देखण वाली, चम परखण वाली, तो दिव दृष्टि हो जाती है, रब्बी दृष्टि हो जाती है। पर खोटी मत दे कारण ਅੱਖਾਂ ਹੁੰਦਿਆਂ ਸਰੀਰ ਅੰਨ, ਜੀਵ ਅਗਿਆਨੀ ਹੋ ਜਾਂਦਾ। ਗੁਰਮਤ ਸੁਰਤ ਕਹਿ ਬਜਰ ਕਪਾਟ ਖੁੱਲੇ। ਜਦੋਂ ਗੁਰੂ ਦੀ ਮੱਤ ਲੈ ਕੇ ਧਿਆਨ ਟਿਕਾਈਦਾ, ਕੰਸਨਟ੍ਰੇਸ਼ਨ ਆਫ ਮਾਈਂਡ ਦੇ ਦਸਮ ਦੁਆਰ ਖੁੱਲ ਜਾਂਦਾ। ਦਸਮ ਦੁਆਰ ਖੁੱਲ ਜਾਂਦਾ ਮੀਨ ਅੰਦਰੋਂ ਰੱਬੀ ਜੋਤ ਵਾਲਾ ਜਿਹੜਾ ਸਰੀਰ ਹੈ ਬਾਹਰ ਆ ਜਾਂਦਾ, ਉਹ ਸਭ ਕੁਝ ਦੇਖ ਲੈਂਦਾ। ਤੋ ਦੁਰਮਤ ਕਠਨ कपाट संबंध है। तो सतगुरु की मत प्राप्त करने दसम द्वार खुल जाता है। तो खोटी मत के कारण मोह माया के करड़े कवाड़ा का संबंध बनिया ही रहिंदा है, भाव जीव नूं जकड़ी रखते हैं। कठिन कपाट संबंध है, खुलता नहीं, मतलब खुलता नहीं तो समझ नहीं आनी। गुरमत प्रेम रस अमृत निधान पान, गुरु की मत लईए तो अमृत रस आ जाता है, प्रेमा भगती हो जाती है, वाहिगुरू नाल दोस्ती प्यार हो जाता है। तो अमृत छकन नाल अमृत रस आ जाता है, खजाना लभ जाता है। तो दुरमत मुख दुर्वचन दुर्गंध है। तो भैड़ी मत नाल खोटी मत कारण मूँह विचों खोटे बचनों की बो ही आती है, गालां कढ़नियां हर वेले कईयां दी आदत हुंदी है, जदों गल करनी है मां भैन की गाल कढ़ के करनी है, बो ही आती है। तो गुरमत सहज सुभाए न हरक सोग। तो दुरमत बिगड़े विरोध क्रोध संध है। सतगुरु की मत धारण कीतियां अंदर सहज शांति सुभाव गुरु नानक वर्गा सच्चा प्यार होता है। इस अवस्था में खुशी च गमी नहीं पाती। पर खोटी मत के कारण झगड़े फसाद वैर विरोध ते क्रोध का मेल बनिया रहिंदा है। खोटी मत के कारण झगड़े फसाद वैर विरोध क्रोध का मेल बनिया ही रहिंदा कोई। तो दुरमत गुरमत संगत असाध साध, काम चेष्टा संजोग, जत सतवंत है। तो खोटी मत के कारण मनमुखां की संगत विच काम वासना का संयोग बनता है। पर सतगुरु की मत धारण कीतियां गुरमुख साधु पुरखां की संगत विच जत सत का धार नहीं रहीदा, उल्टा जति सती रहीदा है, वह काम का बनता है। क्रोध के विरोध बिखे सहज संतोख मोख, लोभ ले अंतर। तो धर्म धीज जंतक है। कहते खोटी मत कारण क्रोध अधीन विच वैर विरोध ते लोभ दीयां लहरां विच मनुख वसदा है। पर सतगुरु की मत लिया सहज संतोख मुक्ति धर्म ते धीरज नूं प्राप्त होईदा। देखिया जी, माया मोह द्रोह के अर्थ परमारथ है, अमेव टेव दया द्रवीभूत संत है।
ਸੋ ਖੋਟੀ ਮਤ ਦੇ ਕਾਰਨ ਮਾਇਆ ਦਾ ਮੋਹ ਵਿਅਪਤ ਹੈ ਤੇ ਧੋਖੇ ਫਰੇਬ ਤੇ ਹੰਕਾਰੀ ਸੁਭਾਅ ਵਾਲੇ ਹੋਈਦਾ। ਪਰ ਸਤਿਗੁਰੂ ਦੀ ਮੱਤ ਦ੍ਰਿੜ ਕੀਤਿਆਂ ਪਰਮਾਰਥ ਦੇ ਰਸਤੇ ਦਇਆ ਤੇ ਨਿਮਰ ਸੁਭਾਅ ਵਾਲਾ ਸੰਤ ਬਣੀਦਾ। ਦੁਕਿਰਤ ਸੁਕਿਰਤ ਚਿਤ ਮਿੱਤਰਤ ਸਤਰਤਾ ਭਾਵ ਪਰਪਕਾਰ ਔਰ ਵਿਕਾਰ ਮੂਲ ਮੰਤ ਹੈ। ਖੋਟੀ ਮੱਤ ਵਾਲੇ ਦਾ ਚਿੱਤ ਖੋਟੇ ਕਰਮਾਂ ਵਿੱਚ ਖਚਤ ਰਹਿੰਦਾ ਹੈ, ਵੈਰ ਭਾਵਨਾ ਵਾਲਾ ਰਹਿੰਦਾ ਹੈ। ਪਰ ਗੁਰਮਤੀ ਧਾਰਨੀ ਦਾ ਚਿੱਤ ਸ਼ੁਭ ਕਰਮਾਂ ਤੇ ਮਿੱਤਰ ਭਾਵਨਾ ਵਾਲਾ ਹੁੰਦਾ ਹੈ। ਗੁਰਮਤ ਧਾਰਨੀ ਦਾ ਜੀਵਕ ਉਦੇਸ਼ ਪਰਪਕਾਰ ਹੈ, ਜਦ ਕਿ ਖੋਟੀ ਮਤ ਵਾਲੇ ਦਾ ਉਦੇਸ਼ ਵਿਸ਼ੇ ਵਿਕਾਰ ਅਤੇ ਪਾਪ ਕਰਨਾ ਤੇ ਖਚਤ ਹੋਣਾ ਹੈ। ਸਤਿਗੁਰੂ ਸਿੱਖ ਹਿਰਦੇ ਪ੍ਰਥਮ ਕਿਰਪਾ ਕੇ ਬਸੇ ਤਾਂ ਪਾਛੇ ਕਰਤ ਆ ਗਿਆ ਮਾਇਆ ਕੇ ਬਣਾਵੀ। ਤੋ ਸਤਿਗੁਰੂ ਪਹਿਲਾਂ ਕਿਰਪਾ ਕਰਕੇ ਸਿੱਖ ਦੇ ਹਿਰਦੇ ਵਿੱਚ ਵਸਦਾ ਹੈ ਤੇ ਉਸ ਪਿੱਛੋਂ ਸਿੱਖ ਨੂੰ ਨਾਮ ਸਿਮਰਨ ਦਾ ਹੁਕਮ ਕਰਦਾ ਹੈ ਅਤੇ ਫਿਰ ਆਪ ਹੀ ਕਿਰਪਾ ਕਰਕੇ ਸਿੱਖ ਤੋਂ ਹੁਕਮ ਮਨਾਉਂਦਾ ਹੈ, ਸਿੱਖ ਤੋਂ ਹੁਕਮ ਮਨਾਉਂਦਾ ਹੈ। ਤੋ ਆਗਿਆਮਾਨ ਗਿਆਨ ਗੁਰ ਪਰਮ ਧਿਆਨ ਦਾਨ ਗੁਰਮੁਖ ਸੁਖ ਫਲ ਨਿਜ ਪਦ ਪਾਵੇ। ਤੋ ਸਤਿਗੁਰੂ ਦਾ ਹੁਕਮ ਮੰਨ ਕੇ ਸਤਿਗੁਰੂ ਦੇ ਬਖਸ਼ੇ ਪਰਮ ਖਜ਼ਾਨੇ ਨਾਮ ਸਿਮਰਨ ਦੀ ਕਮਾਈ ਕਰਕੇ ਗੁਰਸਿੱਖ ਜਨ ਆਤਮਿਕ ਸੁਖ ਫਲ ਤੇ ਤੁਰਿਆ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਨਿਜ ਘਰ ਚਲਾ ਜਾਂਦਾ ਹੈ, ਸੱਚਖੰਡ ਚਲਾ ਜਾਂਦਾ ਹੈ। ਕਿਆ ਬਖਸ਼ਿਸ਼ ਹੈ ਭਾਈ। ਤੋ ਨਾਮ ਨਹਿਕਾਮ ਧਾਮ ਸਹਿਜ ਸਮਾਧ ਲਿਵ। ਆ ਦੇਖੇ ਜੀ, ਨਾਮ ਨਹਿਕਾਮ ਧਾਮ ਸਹਿਜ ਸਮਾਧ ਲਿਵ। ਗੁਰੂ ਨਾਨਕ ਅਗਮ ਅਗਾਧ ਕਥਾ ਕਹਿਤ ਨਾ ਆਵੀ। ਉੱਥੇ ਜਿੱਥੇ ਗੁਰੂ ਨਾਨਕ ਦੀ ਗੱਲ ਹੈਗੀ, ਕਹਿੰਦਾ ਕਥਾ ਕਹੀ ਨਹੀਂ ਜਾ ਸਕਦੀ। ਤੁਰਿਆ ਅਵਸਥਾ ਨੂੰ ਪ੍ਰਾਪਤ ਹੋਇਆ, ਸੱਚਖੰਡ ਪਹੁੰਚਿਆ, ਉਹ ਨਾਮ ਪ੍ਰਾਪਤ ਹੁੰਦਾ ਹੈ। ਕਿਹੜਾ? ਜੋ ਨਿਸ਼ਕਾਮਤਾ ਦਾ ਘਰ ਹੈ। ਇਸ ਨਾਮ ਦੇ ਪ੍ਰਾਪਤ ਹੋਇਆ ਸਹਿਜ ਸਮਾਧੀ ਵਿੱਚ ਲਿਵ ਲੱਗ ਜਾਂਦੀ ਹੈ। ਤੋ ਇਸ ਅਵਸਥਾ ਦੀ ਕਥਾ ਕਥਨ ਤੋਂ ਪਰੇ ਤੇ ਬਹੁਤ ਡੂੰਘੀ ਹੈ, ਦੱਸੀ ਜਾਂਦੀ ਨਹੀਂ। ਸਹਿਜ ਸਮਾਧੀ ਗੁਰੂ ਨਾਨਕ ਸਮਾਧੀ 'ਚ ਬੈਠਾ। ਸਹਿਜ ਦਾ ਲਫ਼ਜ਼ ਜਿੱਥੇ ਆਇਆ, ਇਹਨਾਂ ਦਾ ਸੁਭਾਅ ਮਤਲਬ ਗੁਰੂ ਨਾਨਕ ਵਰਗਾ ਹੋ ਗਿਆ। ਸਹਿਜ ਯਾਦ ਰੱਖ ਲਓ ਪੱਕਾ। ਸਹਿਜ ਤੁਰਿਆ ਅਵਸਥਾ, ਚੌਥਾ ਪਦ ਪਰਮ ਪਦ, ਅਨਹਦ, ਸੁਨ ਸਮਾਧ, ਇਹ ਗੱਲਾਂ ਯਾਦ, ਇਹ ਗੁਰੂ ਨਾਨਕ, ਇਹ ਗੱਲਾਂ ਯਾਦ ਕਰ ਲਓ ਬਸ। ਉਹਦੀ ਕਥਾ ਫਿਰ ਕੀ ਦੱਸਣੀ? ਜਦ ਗੁਰੂ ਨਾਨਕ ਸਮਾਧੀ 'ਚ ਬੈਠਾ ਹੈ ਤੇ ਸੱਚਖੰਡ ਪਹੁੰਚ ਗਿਆ ਹੈ ਤੇ ਉਹਦੀ ਕਥਾ ਕੀ ਦੱਸਣੀ ਹੈ? ਤੋ ਜੈਸੋ ਜੈਸੋ ਭਾਉ ਕਰ ਪੂਜਿਤ ਪਦਾਰਬਿੰਦ ਤੋ ਸਕਲ ਸੰਸਾਰ ਕੈ ਮਨੋਰਥ ਪੁਜਾਵਈ। ਤੇ ਜਿਸ ਭਾਵਨਾ ਨਾਲ ਕੋਈ ਸਤਿਗੁਰੂ ਦੇ ਚਰਨ ਕਮਲਾਂ ਨੂੰ ਪੂਜਦਾ ਹੈ, ਸਤਿਗੁਰੂ ਉਹਨਾਂ ਦੀ ਭਾਵਨਾ ਅਨੁਸਾਰ ਉਸਦੇ ਸੰਸਾਰ ਭਰ ਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ। ਉਹਦੀ ਭਾਵਨਾ ਕੀ ਆ? ਕਈ ਬੱਚਾ ਹੀ ਲੈਣਾ ਚਾਹੁੰਦੇ। ਜੈਸੇ ਪ੍ਰਿਆ ਭੇਟਤ ਅਧਾਨ ਨਿਰਮਾਨ ਹੋਤ ਬਾਚਤ ਵਿਧਾਨ ਖਾਨ ਪਾਨ ਅਗਰ ਭਾਗ ਹੈ। ਸੋ ਜਿਵੇਂ ਪਤਨੀ ਨਿਮਰ ਭਾਵ ਵਿੱਚ ਪਤਨੀ ਨੂੰ ਮਿਲਦੀ ਹੈ, ਜੈਸੇ ਪ੍ਰਿਆ ਭੇਟਤ ਅਧਾਨ ਨਿਰਮਾਨ ਹੋਤ, ਸੋ ਆਪਣਾ ਆਪ ਪਤੀ ਨੂੰ ਅਰਪਣ ਕਰਦੀ ਹੈ ਤਾਂ ਉਹ ਗਰਭਵਤੀ ਹੁੰਦੀ ਹੈ। ਸੋ ਪਤੀ ਉਸਦੇ ਅੱਗੇ ਖਾਣ ਪੀਣ ਲਈ ਮਨ ਭਾਉਂਦੇ ਪਦਾਰਥ ਵਿਧੀ ਅਨੁਸਾਰ ਲਿਆ ਰੱਖਦਾ ਹੈ। ਦੇਖਿਆ ਜੀ। ਸੋ ਜਨਮਤ ਸੁਤ ਖਾਨ ਪਾਨ ਕੋ ਸੰਜਮ ਕਰੇ ਤੋ ਸੁਤ ਹਿਤ ਰਸ ਕਸ ਸਕਲ ਤਿਆਗ ਹੈ। ਸੋ ਪੁੱਤਰ ਜੰਮਣ ਤੇ ਉਹ ਖਾਣ ਪੀਣ ਦਾ ਪਰਹੇਜ਼ ਕਰਦੀ ਹੈ ਤੇ ਪੁੱਤਰ ਦੀ ਖਾਤਰ ਸਾਰੇ ਰਸਾਂ ਕਸਾਂ ਦਾ ਤਿਆਗ ਦਿੰਦੀ ਹੈ। ਤੋ ਜੈਸੇ ਗੁਰੂ ਚਰਨ ਸਰਨ ਕਾਮ ਨਾ ਪੁਜਾਏ ਤੋ ਨਾਮ ਨਹਿ ਕਾਮ ਧਾਮ ਅਨੰਤ ਨਾ ਲਾਗ ਹੈ। ਤੋ ਜਿਵੇਂ ਨਿਮਰਤਾ ਤੇ ਪੂਰਨ ਸ਼ਰਧਾ ਭਾਵਨਾ ਸਹਿਤ ਗੁਰੂ ਨਾਨਕ ਦੀ ਚਰਨ ਸਰਨ ਲੱਗੀਆਂ, ਗੁਰਸਿੱਖਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੋ ਗੁਰੂ ਨਾਨਕ ਉਸ ਨੂੰ ਨਾਮ ਬਖਸ਼ਦਾ। ਤੋ ਨਾਮ ਜੋ ਕਿ ਨਿਸ਼ਕਾਮਤਾ ਦਾ ਘਰ ਹੈ, ਤੋ ਜਿਸ ਦੇ ਮਿਲਿਆ ਹੋਰ ਕੋਈ ਕਾਮਨਾ ਨਹੀਂ ਰਹਿੰਦੀ, ਫਿਰ ਹੋਰ ਕਿਸੇ ਕਰਮ ਕਾਂਡ ਵਿੱਚ ਨਹੀਂ ਫਸਦਾ। ਤੋ ਨਿਸ ਅੰਧਕਾਰ ਭਵ ਸਾਗਰ ਸੰਸਾਰ ਵਿਖੇ ਪੰਚ ਤਸਕਰ ਜੀਤ ਸਿੱਖ ਹੀ ਸੁਜਾਤ ਹੈ। ਸਿੱਖ ਹੀ ਸੁਜਾਗ ਹੈ। ਸੋ ਜਾਗ ਤੋ ਸੰਸਾਰ ਸਮੁੰਦਰ ਜੋ ਕਾਲੀ ਬੋਲੀ ਹਨੇਰੀ ਰਾਤ ਵਾਂਗ ਡਰਾਉਣਾ ਹੈ, ਤੋ ਉਸ ਵਿੱਚ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਾ ਗੁਰਸਿੱਖ ਹੀ ਸਾਵਧਾਨਤਾ ਸਹਿਤ ਵਿਚਰਦਾ ਹੈ। ਤੋ ਪੰਜਾਂ ਕਾਮ ਕ੍ਰੋਧ ਆਦਿਕ ਚੋਰਾਂ ਨੂੰ ਜਿੱਤਦਾ ਹੈ। ਸਤਿਗੁਰੂ ਆ ਗਿਆ ਪ੍ਰਤਪਾਲਕ ਬਾਲਕ ਸਿੱਖ
चरण कमल रज महिमा पार है। सतगुरु आग्या पतपालक बालक सिख। तो जेड़ा सिख भोला भाला बालक होके सतगुरु दृढ़ाए नाम सिमरन की आग्या का पालन करता है, तो उसके चरण कमलों की धूड़ी की महिमा बेअंत है। सतगुरु नानक के चरणों धूड़ी की सेव सन कादबर मादक न गमता है। निभ सिखा नेत नेत के उचार है। शिव सनक आदक ब्रह्मा के चारे पुत्र ते ब्रह्मा आदक तिन्ने देवतियां दी भी उस नाम सिमरन का हुक्म पालन वाले गुरसिख की महिमा तीक रसाई नहीं। वेद ते शेष नाग आदक भी उसकी महिमा नूं बेअंत 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 आके पुकारते हैं। चतर पदार्थ त्रिकाल प्रभम चाहे, जोग भोग सुरत सर सरदा संसार है। चारे पदार्थ तिन्ने काल त्रिभुवनी संसार, होल यूनीवर्स उस आग्याकारी गुरसिख की धूड़ी नूं चाहुंदा है। ते जोगी गृहस्थी देवतियां की नदी गंगा ते सारा संसार ही उस धूड़ी लई शरधा रखदा है। तो पूजन का पूज अर पावन पवित्र करे, अकथ कथा विचार बिमल विस्तार है। तो सतगुरु बख्शे नाम सिमरन का हुक्म मनण वाले गुरसिख की धूड़ी पूजनीक मन्ने जाते, पुरखों लई भी पूजनीक अते पवित्र होयां लई भी पवित्र करन वाली है। तो उसका बयान कथन तो बाहर है अते उसका विचार निर्मल विस्तार वाला है। गुरमुख सुख फल चाखत भई उल्टी। गुरमत सुख फल चाखत भई उल्टी। तन सनातन मन उन्मन माने है। तो सतगुरु गुरु नानक बख्शिया आनंददायक नाम अमृत रस चखण नाल हुक्म की कार कमाउण वाले अमृतधारी गुरसिख की बिरती दुनियावी पदार्थों वालों उल्ट जाती है। तो पहली अवस्था वाला मोड़ सनातन पुराना मन उन्मनी शांत अवस्था विच विचरण लग पैंदा। तो दुरमत उल्ट पई है। गुरमत हृदय तो दुरजन सुरजन कर पहचाने है। तो खोटी मत उल्ट के हृदय विच गुरमत गुरबाणी आ वसती है। फिर वो खोटे सुभाव वाले पुरुषों तो दैवी गुण वाले श्रेष्ठ पुरख करके जाने जाते हैं। संसारी में उल्ट पलट निरंकारी पे तो बग बंस हंस पे सतगुरु ज्ञाने है। तो दुनिया के झमेलियां तो उल्ट के माया ग्रसे संसारी जीव सतगुरु की दसी कार कमाउण करके परत के निरंकार वाले हो जाते हैं अते सतगुरु के बख्शे ज्ञान नाम सिमरन सदका बगले की बंस वाले तो हंस समान उत्तम ते निर्मल पुरख बन जाते हैं। कारण अधीन दीन कारण करण भय तो हरण भरन भेद लख लखाए लखाने है। तो दुनियावी कारणों के वस जो जीव उन्होंने दबाव हेठ लगे होंदे सन वो नाम सिमरन का हुक्म पालन कारण कारणों के कारण हार मालक बन जाते हैं। भाव दुनियावी कारण ते भारू हो जाते हैं अते मरण के पालनहार ते वाहिगुरु के नाम लखे जान वाले भेद ते जाणू हो जाते हैं। तो गुरमत सुख फल चाखत उल्टी पई जोन के अजोन पे कुल अकलीन है। तो सतगुरु गुरु नानक दे बख्शे आनंदी नाम अमृत रस नूं चख के गुरमुख जना की दशा आम संसारियों तो उल्टी हो जाती है। तो जन्म मरण तो ते कुल दे हंकार तो मुक्त हो जाते हैं। तो जनतन ते संत विनाशी अविनाशी पे अधम असाध पे साध परवीन है। तो सतगुरु की सुखदाई नाम अमृत रस पीण वाले आम संसारी जीवां तो संत सुभाव सतवादी पुरुष हो जाते हैं। तो बिनसरहार प्राणी अमर पदवी नूं पा लेंदे हैं अते नीच ते खोटे पुरखां तो सुजान ते उत्तम पुरख हो निपटते हैं। लालची लल्लू जन ते पावन क्या पूज कीने तो अंजन जगत में निरंजनी दीन है। तो नाम अमृत का आनंदी रस
ਲਾਲਚੀ ਤੇ ਲੋਭੀ ਮਨੁੱਖਾਂ ਨੂੰ ਪਵਿੱਤਰ ਕਰਕੇ ਪੂਜਨੀਕ ਬਣਾ ਦਿੰਦੇ। ਪੂਜਨੀਕ ਪੂਜ ਕਿਨੇ ਅਤੇ ਮਾਇਕੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਰਹਿਣ ਦੀ ਅਵਸਥਾ ਲਿਆ ਦਿੰਦਾ ਹੈ। ਤੋ ਕਾਟ ਮਾਇਆ ਫਾਸੀ ਗੁਰਗ੍ਰਹਿ ਮੈਂ ਉਦਾਸੀ ਕੀਨੋ ਅਨਭੈ ਅਭਿਆਸੀ ਪ੍ਰੇਮ ਰਸ ਭੀਨ ਹੈ। ਤੋ ਸਤਿਗੁਰੂ ਦੇ ਗ੍ਰਹਿ ਪ੍ਰਵੇਸ਼ ਹੋਣ, ਨਾਮ ਦੀਖਿਆ ਲੈਣ ਨਾਲ, ਸਤਿਗੁਰੂ ਦੇ ਅੰਦਰ ਪ੍ਰਕਾਸ਼ ਹੋਣ ਨਾਲ, ਗੁਰੂ ਦੇ ਦਰਸ਼ਨ ਹੋਣ ਨਾਲ ਪ੍ਰਵੇਸ਼ ਹੋਣਾ, ਮਾਇਆ ਦੀ ਫਾਹੀ ਕੱਟੀ ਜਾਂਦੀ ਹੈ ਤੇ ਉਸ ਤੋਂ ਉਪਰਾਮ ਹੋ ਜਾਈਦਾ ਅਤੇ ਨਿਰਭੈ ਕਰ ਦੇਣ ਵਾਲੇ ਨਾਮ ਦਾ ਅਭਿਆਸੀ ਹੋ ਕੇ ਪਿਆਰੇ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਭਿੱਜੇ ਜਾਈਦਾ, ਭਿੱਜੇ ਰਹੀਦਾ। ਪ੍ਰੇਮ ਰਸ ਭੀਨ ਹੈ, ਭਿੱਜ ਜਾਈਦਾ, ਭਿੱਜੇ ਰਹੀਦਾ। ਭਿੱਜ ਜਾਣ ਦਾ ਮਤਲਬ ਸਮਝਦੇ ਹੋ? ਨਾਮ ਰਸ ਵਿੱਚ ਭਿੱਜ ਗਿਆ, ਵਾਹਿਗੁਰੂ ਨੂੰ ਪਹੁੰਚ ਗਿਆ। ਸਤਿਗੁਰੂ ਦਰਸ ਧਿਆਨ ਅਚਰਜ ਮੈਂ ਦਰਸ਼ਨੀ ਹੋਤ ਘਟ ਦਰਸ ਅਤੀਤ ਹੈ। ਗੁਰੂ ਨਾਨਕ ਦੇ ਦਰਸ਼ਨਾਂ ਦਾ ਧਿਆਨ ਗੁਰੂ ਦੇ ਅਧੀਨ ਸਦਕਾ ਸੇਵਕਾਂ ਲਈ ਅਚਰਜ ਰੂਪ ਹੈ। ਅਚਰਜ ਰੂਪ ਸਤਿਗੁਰੂ ਦਾ ਦਰਸ਼ਨ ਕਰਨ ਵਾਲੇ 6 ਸ਼ਾਸਤਰਾਂ ਦੇ ਗਿਆਨ ਤੋਂ ਪਰੇ ਲੰਘ ਜਾਂਦੇ ਹਨ। 6 ਖਟ ਦਰਸ ਅਤੀਤ ਹੈ। ਸਤਿਗੁਰੂ ਚਰਨ ਸਰਨ ਨਹਿਕਾਮ ਧਾਮ, ਨਹਿਕਾਮ ਧਾਮ ਸੱਚਖੰਡ ਪਹੁੰਚ ਜਾਂਦੇ। ਸਤਿਗੁਰੂ ਚਰਨ ਸਰਨ ਆਇਆ, ਚਰਨੀ ਲੱਗਾ, ਹੁਕਮ ਨਾਲ ਜੁੜਿਆ, ਬਾਣੀ ਨਾਲ ਜੁੜਿਆ। ਸੇਵਕ ਨਾ ਆਨ ਦੇਵ ਸੇਵ ਕੀ ਨਾ ਪ੍ਰੀਤ ਹੈ। ਤੋ ਸਤਿਗੁਰੂ ਦੇ ਚਰਨਾਂ ਦੀ ਨਿਸ਼ਕਾਮਤਾ ਦਾ ਘਰ ਹੈ ਭਾਈ, ਨਿਸ਼ਕਾਮਤਾ ਦਾ ਘਰ ਹੈ। ਭਾਵ ਸਤਿਗੁਰੂ ਤੋਂ ਗੁਰੂ ਦੀਖਿਆ ਲੈ ਸਭ ਤਰ੍ਹਾਂ ਦੀਆਂ ਕਾਮਨਾਵਾਂ ਮਿਟ ਜਾਂਦੀਆਂ ਹਨ। ਸਤਿਗੁਰੂ ਦੇ ਚਰਨਾਂ ਦੀ ਓਟ ਲੈਣ ਵਾਲੇ ਸੇਵਕ ਕਿਸੇ ਹੋਰ ਦੇਵਤੇ ਦੀ ਸੇਵਾ ਵਿੱਚ ਪ੍ਰੀਤੀ ਨਹੀਂ ਕਰਦੇ। ਸਤਿਗੁਰੂ ਸ਼ਬਦ ਸੁਰਤ, ਗੁਰੂ ਨਾਨਕ ਦੇ ਦਿੱਤੇ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਲਾ ਕੇ ਸ਼ਬਦ ਸੁਰਤ ਲਿਵ ਮੂਲ ਮੰਤਰ ਆਨ ਮੰਤਰ ਆਨ ਤੰਤਰ ਮੰਤਰ ਕੀ ਨਾ ਸਿੱਖਣ ਪ੍ਰਤੀਤ ਹੈ। ਸਤਿਗੁਰੂ ਦੇ ਸ਼ਬਦ ਨਾਮ ਗੁਰ ਮੰਤਰ ਵਿੱਚ ਸੁਰਤੀ ਦੀ ਲਿਵ ਲੱਗਣੀ ਹੈ। ਸਤਿਗੁਰੂ ਦੇ ਸੇਵਕਾਂ ਦਾ ਮੰਤਰ ਸਿਰ ਮੰਤਰ ਹੈ। ਮੰਤਰ ਸਿਵ ਮੰਤਰ ਮੂਲ ਮੰਤਰ। ਹੋਰ ਤੰਤਰਾਂ ਮੰਤਰਾਂ ਵਿੱਚ ਗੁਰਸਿੱਖਾਂ ਦਾ ਕੋਈ ਯਕੀਨ ਨਹੀਂ ਭਾਈ। ਸਤਿਗੁਰੂ ਕਿਰਪਾ ਸਾਧ ਸੰਗਤ ਪੰਗਤ ਸੁਖ ਹੰਸ ਬੰਸ ਮਾਨਸਰ ਅਨੰਤ ਨਾ ਚੀਤ ਹੈ। ਤੋ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਸਾਧ ਸੰਗਤ ਵਿੱਚ ਮਿਲ ਬੈਠਣ ਦਾ ਸੁੱਖ ਮਿਲਦਾ ਹੈ। ਪੰਗਤ ਤੋਂ ਹੰਸਲੇ ਗੁਰਸਿੱਖ ਜਨ ਮਾਨ ਸਰੋਵਰ ਰੂਪੀ ਸਾਧ ਸੰਗਤ ਵਿੱਚ ਚਿੱਤ ਜੋੜਦੇ ਹਨ, ਹੀਰੇ ਚੁੱਕਦੇ ਹਨ, ਹੋਰ ਕਿਸੇ ਪਾਸੇ ਚਿੱਤ ਨਹੀਂ ਲਾਉਂਦੇ। ਸੰਗਤ ਇੱਕ ਮਾਨ ਸਰੋਵਰ ਹੈ, ਹੀਰੇ ਹੈ, ਇਹਦੇ 'ਚ ਹੀਰੇ ਹਰਤਨ ਰਤਨ ਜਵੇਹਰ ਖੋਸਲਾ ਮੈਂ ਅੰਡਾ ਤਜ ਉਡਤ ਆਕਾਸ਼ਚਾਰੀ। ਤੋ ਸੰਧਿਆ ਸਮੇਂ ਅੰਡਾ ਹੇਤ ਚੇਤ ਫਿਰੇ ਆ ਗਈ। ਤੋ ਜਿਵੇਂ ਪੰਛੀ ਆਲਣੇ ਵਿੱਚ ਅੰਡਾ ਛੱਡ ਕੇ ਆਕਾਸ਼ ਵਿੱਚ ਉੱਡਦਾ ਹੈ ਤੇ ਸੰਧਿਆ ਵੇਲੇ ਅੰਡੇ ਦੇ ਮੋਹ ਨੂੰ ਚਿਤਾਰ ਕੇ ਆਲਣੇ ਵਿੱਚ ਮੁੜ ਆਉਂਦਾ ਹੈ। ਤੋ ਤਿਰਿਆ ਤਿਆਗ ਸੁਤ ਸਾਤ ਬਨ ਖੰਡ ਵਿਖੇ ਤੋ ਸੁਤ ਕੀ ਸੁਰਤ ਗ੍ਰਹਿ ਆਏ ਸੁਖ ਪਾਵਈ। ਤੋ ਜਿਵੇਂ ਕੋਈ ਮਜ਼ਦੂਰਨ ਇਸਤਰੀ ਪੁੱਤਰ ਨੂੰ ਘਰ ਛੱਡ ਕੇ ਜੰਗਲ ਵਿੱਚ ਮੀਨ ਦੂਰ ਘਾਹ ਫੂਸ ਲੱਕੜਾਂ ਆਦਿਕ ਚੁਗਣ ਲਈ ਜਾਂਦੀ ਹੈ। ਤਿਰਿਆ ਇਸਤਰੀ ਤਿਆਗ ਸੁਤ ਜਾਨ ਬਨ ਖੰਡ ਵਿਖੇ ਜਾਂਦੀ ਹੈ ਤੇ ਪੁੱਤਰ ਦੀ ਸੁਰਤੀ ਰੱਖਦਿਆਂ ਉਹ ਘਰ ਭੱਜ ਕੇ ਸੁੱਖ ਪਾਉਂਦੀ ਹੈ। ਜੈਸੇ ਜਲ ਕੁੰਠ ਕਰ ਛਾੜੀਅਤ ਜਲਚਰੀ ਤੋ ਜਬ ਚਾਹੇ ਤਬ ਗਹਿ ਲੇਤ ਮਨ ਭਾਵਈ। ਤੋ ਜਿਵੇਂ ਮਨੁੱਖ ਦਾ ਚੰਚਲ ਮਨ ਜਿਵੇਂ ਜਲ ਦਾ ਹੋਜ਼ਾ ਬਣਾ ਕੇ ਉਸ ਵਿੱਚ ਮੱਛੀ ਡੱਡੀ ਛੱਡੀ ਜਾਂਦੀ ਹੈ, ਜਦ ਜੀ ਚਾਹੇ ਮਨ ਦੀ ਇੱਛਾ ਅਨੁਸਾਰ ਉਸ ਨੂੰ ਫੜ ਲਿਆ ਜਾਂਦਾ ਹੈ। ਮੱਛੀ ਛੱਡੀ ਜਾਂਦੀ ਹੈ, ਮੱਛੀ ਛੱਡਦੇ ਨਾ ਜਿਵੇਂ ਜਲ ਦਾ ਹੋਜ਼ ਬਣਾ ਕੇ ਦੇਖ ਨਾ, ਜੈਸੇ ਜਲ ਕੁੰਟ ਕਰ ਛੱਡੀ ਹੈ ਤੇ ਜਲ ਚਰੀ ਮੱਛੀ ਛੱਡ ਦਿੱਤੀ। ਜਬ ਚਾਹੇ ਜਬ ਗਹਿ ਲੇਤ ਮਨ ਭਾਵੇ, ਜਦੋਂ ਚਾਹੇ ਉਹ ਇੱਛਾ ਅਨੁਸਾਰ ਉਹਨੂੰ ਫੜ ਜਾਂਦਾ। ਜਦੋਂ ਤੁਹਾਡਾ ਮਨ ਚਾਹੁੰਦਾ, ਜਦੋਂ ਮਨ ਭਾਵੇ ਉਹਨੂੰ ਫੜ ਸਕਦੇ ਨੇ। ਤੋ ਤੈਸੇ ਚਿੱਤ ਚੰਚਲ ਭਰਮਤ ਹੈ ਚਤਰਕੁੰਟ ਸਤਿਗੁਰੂ ਬੋਹਿਤ ਬਿਹੰਗ ਠਹਿਰਾਵੇ। ਬਿਹੰਗ ਪੰਛੀ
ਤੋ ਤਿਵੇਂ ਮਨੁੱਖ ਦਾ ਚੰਚਲ ਮਨ ਚੌ ਕੁੰਟਾਂ ਵਿੱਚ ਭਟਕਦਾ ਫਿਰਦਾ ਹੈ, ਪਰ ਨਾਮ ਦੇ ਦਾਤੇ ਗੁਰੂ ਨਾਨਕ ਸਤਿਗੁਰੂ ਰੂਪੀ ਜਹਾਜ਼ ਦੇ ਆਸਰੇ ਨਾਮ ਸਿਮਰਨ ਦੀ ਬਦੌਲਤ ਉੜਦੇ ਪੰਛੀ ਵਾਂਗ ਭਟਕਦਾ ਮਨ ਨਿਜ ਘਰ ਵਿੱਚ ਆ ਟਿਕਦਾ ਹੈ। ਦੇਖਿਆ ਜੇ ਤੋ ਚਤਰ ਬਰਨ ਮੈਂ ਨ ਪਾਈਏ ਬਰਨ ਤੈਸੋ, ਤੋ ਖਟ ਦਰਸ਼ਨ ਮੈਂ ਨ ਦਰਸ਼ਨ ਜੋਤ ਹੈ। ਭਾਈ ਗੁਰਮੁਖ ਜਨ ਦੇ ਨਾਮ ਅੰਮ੍ਰਿਤ ਰਸ ਦੇ ਅਲੌਕਿਕ ਰੰਗ ਜਿਹਾ ਬ੍ਰਾਹਮਣ ਖੱਤਰੀ ਆਦਿ ਚੌਂ ਵਰਨਾਂ ਵਿੱਚ, ਚਤਰ ਵਰਨ ਚੌਂ ਵਰਨਾਂ ਵਿੱਚ ਰੰਗ ਨਹੀਂ ਹੈਗਾ। ਚੌਂ ਚਤਰ ਚਾਰ ਵਰਨ ਮੈਂ ਨਾ ਪਾਈਏ ਵਰਨ ਤੈਸੋ, ਉਹਦੇ ਚ ਰੰਗ ਨਹੀਂ ਹੈਗਾ। ਤੇ ਖੱਟ ਦਰਸ਼ਨ ਮੈਂ ਨਾ ਦਰਸ਼ਨ ਜੋਤ ਹੈ। ਤੇ ਨਾਮ ਕਮਾਈ ਸਦਕਾ ਦਿਵ ਜੋਤੀ ਤੇ ਵਿਸਮਾਦੀ ਦਰਸ਼ਨ ਦੀ ਆਸਾ ਸਮਾਨ 6 ਦਰਸ਼ਨਾਂ ਵਿੱਚ ਵੀ ਆਸ ਨਹੀਂ ਹੈਗੀ। ਖੱਟ ਦਰਸ਼ਨ ਮੈਂ ਨਾ ਦਰਸ਼ਨ ਜੋਤ ਹੈ। ਤੁਸੀਂ 6 ਦਰਸ਼ਨਾਂ ਵਿੱਚ ਘੁੰਮੀ ਜਾਂਦੇ ਆ ਨਾ, 6 ਘਰ 6 ਗੁਰ 6 ਉਪਦੇਸ਼, ਉਹਨਾਂ ਦਰਸ਼ਨ ਨਹੀਂ ਕਰ ਸਕਦੇ। ਗੁਰੂ ਸਾਹਿਬ ਦਾ ਵਾਹਿਗੁਰੂ ਦਾ ਦਰਸ਼ਨ ਨਹੀਂ ਕਰ ਸਕਦੇ। ਤੋ ਸਿਮਰਤ ਪੁਰਾਨ ਵੇਦ ਸ਼ਾਸਤਰ ਸਮਾਨ ਖਾਨ, ਰਾਗ ਨਾਦ ਬਾਦ ਮੈਂ ਨਾ ਸ਼ਬਦ ਉਦੋਤ ਹੈ। ਤੋ ਗੁਰਮੁਖਾਂ ਦੇ ਗੁਰ ਸ਼ਬਦ ਵਿੱਚ ਵਾਹਿਗੁਰੂ ਸਿਮਰਨ ਵਿੱਚ ਜੁੜਨ ਦਾ ਸਦਕਾ ਜੋ ਖਜ਼ਾਨਾ ਪ੍ਰਾਪਤ ਹੈ, ਉਸ ਵਰਗਾ ਸਿਮਰਤੀਆਂ ਪੁਰਾਣਾ ਵੇਦਾਂ ਤੇ ਸ਼ਾਸਤਰਾਂ ਵਿੱਚ ਨਹੀਂ ਹੈ। ਤੇ ਗੁਰਮੁਖਾਂ ਨੂੰ ਗੁਰ ਸ਼ਬਦ ਦੇ ਉਜਾਗਰ ਹੋਣ ਦੀ ਧੁਨੀ ਪ੍ਰਾਪਤ ਹੈ। ਉਹ ਵਾਜਿਆਂ ਤੇ ਅਨੇਕ ਪ੍ਰਕਾਰੀ ਰਾਗਾਂ ਦੀਆਂ ਧੁਨੀਆਂ ਵਿੱਚ ਨਹੀਂ ਹੈ। ਹੁਣ ਆਪਾਂ ਕਈ ਕਹਿੰਦੇ ਆ ਸਾਰੇ ਧਰਮ ਇੱਕ ਬਰਾਬਰ ਆ, ਇੱਥੇ ਤਾਂ ਮਿੱਟੀ ਪਲੀਤ ਕੀਤੀ ਪਈ ਆ ਸ਼ਾਸਤਰਾਂ ਦੀ, ਵੇਦਾਂ ਦੀ, ਪੰਡਤਾਂ ਦੀ, ਖੱਟ ਦਰਸ਼ਨਾਂ ਦੀ, ਜੋਗੀਆਂ ਦੀ। ਤੇ ਆਪਾਂ ਕਹਿੰਦੇ ਜੀ ਸਾਰੇ ਧਰਮ ਇੱਕੋ ਜਿਹੇ। ਆ ਸਾਡੀ ਅਕਲ ਬੁੱਧੀ ਹੈ ਸਾਡੀ। ਨਾਨਾ ਬਿਜ ਨਾਦ ਸਵਾਦ ਅੰਤਰ ਨਾ ਪ੍ਰੇਮ ਰਸ, ਸਕਲ ਸੁਗੰਧ ਮੈਂ ਨ ਗੰਧ ਸੰਧ ਹੂਤ ਹੈ। ਗੁਰਮੁਖਾਂ ਨੂੰ ਨਾਮ ਦੇ ਪ੍ਰੇਮ ਰਸ ਵਿੱਚ ਜੋ ਅਲੌਕਿਕ ਸਵਾਦ ਪ੍ਰਾਪਤ ਹੈ, ਉਹ 36 ਪ੍ਰਕਾਰ ਦੇ ਭੋਜਨਾਂ ਦੇ ਸਵਾਦ ਵਿੱਚ ਨਹੀਂ ਹੈ। ਅਤੇ ਸਤਿਗੁਰੂ ਦੇ ਚਰਨ ਨਾਲ ਮੇਲ ਹੋਣ ਸਦਕਾ ਜਿਸ ਆਨੰਦਦਾਈ ਸੁਗੰਧੀ ਦੀ ਪ੍ਰਾਪਤੀ ਹੈ, ਉਹ ਸਾਰੀਆਂ ਸੁਗੰਧੀਆਂ ਮਿਲਣ ਵਿੱਚ ਵੀ ਨਹੀਂ ਹੈਗੀ। ਉਸ ਨੂੰ ਸੀਤਲਤਾ ਸਪਰਸ਼ ਅਪਰਸ਼ਨਾ ਗੁਰਮੁਖ ਸੁਖ ਫਲ ਤੁਲ ਓਤ ਪੂਤ ਹੈ। ਤੋ ਨਾਮ ਰਸ ਪੁੰਚਰੇ ਗੁਰਸਿੱਖਾਂ ਦੇ ਆਨੰਦ ਦੇ ਬਰਾਬਰ ਨਹੀਂ। ਉਹ ਸੁਖ ਜੋ ਸਰਦੀ ਗਰਮੀ ਸਮੇਂ ਤੇ ਗਰਮੀ ਤੇ ਸਰਦੀ ਦੇ ਪਰਸਨ ਜਾਂ ਉਸ ਤੋਂ ਅਲੋਪ ਰਹਿਣ ਦੇ ਯਤਨਾਂ ਨੂੰ ਕੀਤਾ ਜਾਂਦਾ ਹੈ। ਕਿਉਂਕਿ ਗਰਮੀ ਸਰਦੀ ਤਾਂ ਘਟਦੀ ਵੱਧਦੀ ਹੈ, ਇਹ ਰਸ ਜਿਹੜਾ ਘਟਦਾ ਵੱਧਦਾ ਨਹੀਂ। ਜਦ ਕਿ ਗੁਰਮੁਖਾਂ ਦਾ ਨਾਮ ਰਸ ਆਨੰਦ ਤਾਣੇ ਪੇਟੇ ਵਾਂਗ ਸਦਾ ਇੱਕ ਰਸ ਹੁੰਦਾ ਹੈ। ਲਿਖਣ ਪੜਨ ਤੋ ਲੋ ਜਾਣੇ, ਦਸੰਤਰ ਜੋ ਲੋ ਕਹਿਤ ਸੁਨਤ ਹੈ, ਬਦੇਸ ਕੇ ਸੰਦੇਸ਼ ਕੇ। ਜਿੰਨਾ ਚਿਰ ਪਤੀ ਪ੍ਰਦੇਸ਼ ਹੁੰਦਾ ਹੈ, ਉਨਾ ਚਿਰ ਪਤਨੀ ਨੂੰ ਆਪਣੇ ਮਨ ਦੇ ਵੇਗ ਸੁਨੇਹੇ ਲਿਖਣ ਪੜਨ ਦੀ ਲੋੜ ਹੁੰਦੀ ਹੈ। ਜੋ ਪ੍ਰਦੇਸ਼ ਗਏ ਪਤੀ ਦੇ ਸੁਨੇਹੇ ਚਿੱਠੀਆਂ ਦੁਆਰਾ ਕਹਿੰਦੀ ਸੁਣਦੀ ਹੈ। ਲਿਖਣ ਪੜਨ ਤੋ ਲੋਕ ਜਾਣੇ, ਦਸੰਤਰ ਜੋ ਲੋ। ਤੋ ਦੇਖਤ ਉਹ ਦੇਖੀਏ ਇਤ ਉਤ ਦੋਏ ਹੋਏ, ਤੋ ਭੇਟਤ ਪਰਸਪਰ ਬਿਰਹਿ ਆਵੇਸ਼ ਕੇ। ਤੇ ਜਦ ਤੱਕ ਪਤਨੀ ਤੇ ਪਤੀ ਵੱਖ-ਵੱਖ ਦੋ ਹੁੰਦੇ ਹਨ, ਤੇ ਉਦੋਂ ਤੱਕ ਇੱਧਰ ਉੱਧਰ ਵੇਖਣ ਵਿਖਾਣ ਭਾਵ ਤੱਕਣ ਦੀ ਲੋੜ ਪੈਂਦੀ ਹੈ। ਪਰ ਜਦੋਂ ਉਹ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਬਿਰਹੋਂ ਦੇ ਵੇਗ ਵਿੱਚ ਇੱਕ ਰੂਪ ਹੋ ਜਾਂਦੇ ਹਨ। ਇਸੇ ਤਰ੍ਹਾਂ ਜਿੰਨਾ ਚਿਰ ਜਗਿਆਸੂ ਆਪਣੇ ਇਸ਼ਟ ਗੁਰੂ ਤੋਂ ਦੂਰ ਹੁੰਦਾ ਹੈ, ਉਹ ਇੱਧਰ ਉੱਧਰ ਹੋਰ ਸਾਧਨਾ ਵੱਲ ਝਾਕਦਾ ਹੈ, ਸੋ ਮਨ ਦਾ ਵੇਗ ਲਿਖਦਾ ਲਿਖਾਉਂਦਾ ਰਹਿੰਦਾ ਹੈ। ਪਰ ਜਦੋਂ ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ ਤਾਂ ਹੋਰ ਪਾਸਿਆਂ ਵੱਲੋਂ ਹਟ ਕੇ ਆਪਣੇ ਇਸ਼ਟ ਗੁਰੂ ਨਾਨਕ ਨਾਲ ਇੱਕਮਿਕ ਹੋ ਜਾਂਦਾ ਹੈ। ਖੋਏ ਖੋਏ ਖੋਜੀ ਹੋਏ ਖੋਜਤ ਚਤਰ ਕੁੰਟ, ਤੋ ਮਿਰਗ ਮਦ ਜੁਗਤ ਨਾ ਜਾਣਤ ਪ੍ਰਵੇਸ਼ ਕੈ। ਜਿਵੇਂ ਹਿਰਨ ਭਟਕ ਭਟਕ ਕੇ ਖੋਜੀ ਹੋ ਕੇ ਕਸਤੂਰੀ ਨੂੰ ਝਾੜ ਝਾੜ ਚੌਂ ਦਿਸ਼ਾ ਵਿੱਚ ਉਹਨਾਂ ਚਿਰ ਢੂੰਡਦਾ ਫਿਰਦਾ ਹੈ, ਉਹਨਾਂ ਚਿਰ ਢੂੰਡਦਾ ਫਿਰਦਾ ਹੈ,
ਜਿੰਨਾ ਚਿਰ ਉਹ ਆਪਣੇ ਅੰਦਰ ਵਸਤੀ ਕਸੂਰੀ ਨੂੰ ਜਾਣਨ ਦੀ ਜੁਗਤੀ ਨਹੀਂ ਜਾਣਦਾ, ਇਉਂ ਹੀ ਜਗਿਆਸੂ ਹੈ। ਜਦ ਤੱਕ ਪੂਰੇ ਸਤਿਗੁਰੂ ਰਾਹੀਂ ਪ੍ਰਭੂ ਮਿਲਾਪ ਦੀ ਜੁਗਤੀ ਨਹੀਂ ਜਾਣਦੇ, ਉਹ ਥਾਂ ਥਾਂ ਭਟਕਦਾ ਹੀ ਫਿਰਦਾ ਹੈ, ਭਟਕਦਾ ਹੀ ਫਿਰਦਾ ਹੈ। ਤੋ ਗੁਰ ਸਿੱਖ ਸੰਧ ਮਿਲੇ, ਅੰਤਰੇ ਅੰਤਰਜਾਮੀ, ਸੁਆਮੀ ਸੇਵ ਸੇਵਕ ਨਿਰੰਤਰ ਆਦੇਸ਼ ਕਹਿ। ਤੋ ਗੁਰੂ ਦਾ ਸਿੱਖ ਗੁਰੂ ਨਾਲ ਜਦੋਂ ਮਿਲਾਪ ਹੋ ਜਾਂਦਾ ਹੈ ਤਾਂ ਅੰਤਰਜਾਮੀ ਵਾਹਿਗੁਰੂ ਸਿੱਖ ਦੇ ਹਿਰਦੇ ਵਿੱਚ ਆ ਵਸਦਾ ਹੈ। ਮਿਲੇ ਅੰਤਰ ਅੰਤਰਜਾਮੀ, ਤੋ ਫਿਰ ਉਹ ਸੁਆਮੀ ਵਾਹਿਗੁਰੂ ਦੀ ਸੇਵਾ ਵਿੱਚ ਸੇਵਕ ਬਣ ਕੇ ਇੱਕ ਰਸ ਨਮਸਕਾਰ ਕਰਦਾ ਹੈ, ਨਾਮ ਸਿਮਰਦਾ ਹੈ, ਭਗਤੀ ਕਰਦਾ ਹੈ। ਨਿਰੰਤਰ ਇੱਕ ਰਸ ਆਦੇਸ਼। ਦੀਪਕ ਪਤੰਗ ਸੰਗ ਪ੍ਰੀਤ ਇੱਕ ਅੰਗੀ ਹੋਏ, ਚੰਦਰਮਾ ਚਕੋਰ ਘਨ ਚਾਤਰਕ ਨਾ ਹੋਤ ਹੈ। ਤੋ ਦੀਵੇ ਦੀ ਪਤੰਗੇ ਨਾਲ ਇੱਕ ਪਾਸੜ ਪ੍ਰੀਤ ਹੈ, ਇਉਂ ਹੀ ਚਕੋਰ ਦੀ ਚੰਦਰਮਾ ਨਾਲ ਇੱਕ ਪਾਸੜ ਪ੍ਰੀਤ ਹੈ। ਪਪੀਹੇ ਦੀ ਬਦਲਾਂ ਨਾਲ ਦੋ ਪਾਸੜ ਪ੍ਰੀਤੀ ਨਹੀਂ ਹੁੰਦੀ, ਇੱਕ ਪਾਸੜ ਪ੍ਰੀਤ ਹੈ। ਚਕਵੀ ਔਰ ਸੂਰ ਜਲ ਮੀਨ ਜਿਉ ਕਮਲ ਅਲ ਭੌਰਾ, ਕਾਸਟ ਅਗਨ ਮਿਰਗ ਨਾਦ ਕੋ ਅਦੋਤ ਹੈ। ਜਿਵੇਂ ਚਕਵੀ ਅਤੇ ਸੂਰਜ ਦੀ, ਮੱਛੀ ਅਤੇ ਪਾਣੀ ਦੀ, ਭੌਰੇ ਅਤੇ ਕੌਲ ਫੁੱਲ ਦੀ, ਲੱਕੜੀ ਅਤੇ ਅਗਨੀ ਦੀ, ਹਿਰਨ ਅਤੇ ਸੰਗੀਤ ਨਾਦ ਦੀ, ਖੰਡੇਹੜੇ ਦੀ ਆਵਾਜ਼ ਇੱਕ ਪਾਸੜ ਪ੍ਰੀਤੀ ਹੈ, ਪ੍ਰਗਟ ਇੱਕ ਪਾਸੇ। ਤੋ ਪਿੱਤ ਸੁੱਤ ਹਿਤ ਅਰ ਭਾਮਨੀ ਪਧਾਰ ਗਤ, ਤੋ ਮਾਇਆ ਸੰਸਾਰ ਦੁਆਰ ਮਿਟਤ ਨਾ ਛੋੜ ਹੈ। ਤੋ ਪਿਤਾ ਦੇ ਪੁੱਤਰ ਨਾਲ ਹਿਤ, ਪਤਨੀ ਦੇ ਪਤੀ ਨਾਲ ਪ੍ਰੇਮ, ਤੇ ਮਾਇਆ ਨਾਲ ਸੰਸਾਰ ਦੇ ਮੋਹ ਦੀ ਗਤੀ ਵੀ ਇਹੋ ਜਿਹੀ ਹੈ, ਇੱਕ ਪਾਸੜੀ ਪ੍ਰੀਤੀ ਹੈ। ਕੰਧ ਛੂਤ ਦੀ ਬਿਮਾਰੀ ਵਾਂਗ ਮਿਟ ਨਹੀਂ ਸਕਦੀ। ਸੋ ਭਾਈ ਮਤਲਬ ਇਹ ਦੱਸਿਆ ਹੈ ਕਿ ਮਾਇਆ ਨਾਲ ਨਿਭਦੀ ਹੈ। ਬਸ ਫਿਰ ਇਹ ਪ੍ਰੀਤ ਐਸੀ ਹੈ, ਇੱਕ ਪਾਸੜੀ ਹੈ, ਸਗੋਂ ਨਰਕਾਂ ਵਿੱਚ ਭੇਜ ਦਿੰਦੀ, ਆਪ ਵਾਪਸ ਆ ਜਾਂਦੀ ਹੈ। तो गुर सिख संगत मिलाप को प्रताप साचो, लोक परलोक सुखदाई ओत पोत है। तो उपरोक्त उदाहरणा तो वख है। तो सतगुरु के सिखां दा सतगुरु की संगत नाल मेल मिलाप का तेज प्रताप सच्चा है, जो ताने पेटे वांग एक समान है, ते लोक परलोक में सुखदाई हुंदा है। इन्हां चों कोई चीज परलोक जांदी है नहीं, सतगुरु की प्रीत सचखंड ले जाती है। लोकन में लोकाचार अनेक प्रकार प्यार, मिथन बिहार दुखदाई पहचानिए। दुनिया के लोकां विच कई तरह का लोकाचारी प्यार हुंदा है, पर वो सब कूड़ दा पसारा हुंदा है। उसनूं दुख रूप ही जानना चाहिए, है ही दुखदाई। सो वेद मरजाद मैं कहत है कथा अनेक, तो सुनिए न तैसी प्रीत मन में न मानिए। तो वेदां दी वेद मर्याद, तो वेदां दी मर्यादा विच प्रेम प्यार दी अनेकां कथा कहानियां वारता कहीआं गईआं हन, पर उन्हां विच ओहो जिही गुरमुख संगत दे मिलाप जिही अनुपम प्रीति ना सुनी दी है अते ना ही मन विच मन्नी जा सकदी है। देख लै, बन जाओ हिंदू। ज्ञान उन्मान में न जगत भगत विखे, रागनाद बाद आद अंत हूं न जानिए। तो ज्ञान दियां उक्तियां जुगतियां राही दसी प्रीत विच जगत विच होए भगतां दे प्रसंग विचली प्रीत विच, तो संगीतक साजां ते रागां दियां धुनियां द्वारा गुजाई प्रीति विच दुनिया दे एक सिरे तो दूजे सिरे तक किते भी ओहो जही सच्ची प्रीति नहीं लभ सकती। तो गुरमत संगत मिलाप को प्रताप जैसो, तैसो न त्रिलोक बिखे और उर आनिए। तो जिहो जी प्रीति का प्रगटा गुरसिखां ते सतगुरु की संगत ते मिलाप ते तेज प्रताप विच है, ओहो जी प्रीति की महत्ता तिन्ना लोकां विच होर किसे हिरदे विच नहीं हो सकती। लो, सारे धर्म इक्को जिहे कहंदे जी। पूर्ण ब्रह्म गुर, पूर्ण ब्रह्म गुर, गुरु नानक पूर्ण वाहिगुरू है। गुरु नानक पूर्ण वाहिगुरू है। पूर्ण किरपा जो करे, जो पूर्ण किरपा करता है, हरे हमें रोग खत्म कर दिंदा है। आपां नहीं खत्म कर सकते, गुरु किरपा करे।
तो हृदय निम्रता निवास है। इस तरह हृदय में निम्रता का निवासा हो जाता है। शब्द सुरत लिव लीन साध संग मिल, ਜਦੋਂ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਜੁੜਦੀ ਹੈ, ਸੰਗਤ ਵਿੱਚ ਮਿਲ ਕੇ ਜਦੋਂ ਬੈਠਦੇ ਆ ਤੇ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਜੁੜ ਜਾਂਦੀ ਹੈ। ਭਾਵਨੀ ਭਗਤ ਭਾਏ ਦੁਬਦਾ ਵਿਨਾਸ਼ ਹੈ। ਤੋ ਬੜੀ ਪਿਆਰ ਸ਼ਰਧਾ ਵਾਲੀ ਭਗਤੀ ਕਰਨ ਨਾਲ ਭਾਏ ਪਿਆਰ, ਭਾਵਨੀ ਸ਼ਰਧਾ, ਭਗਤ ਭਗਤੀ, ਦੁਬਦਾ ਵਿਨਾਸ਼ ਹੈ। ਦੁਚਿੱਤਾਪਨ, ਤੇਰ ਮੇਰ, ਵਿਤਕਰਾ, ਸ਼ਰੀਕਾ, ਲੜਾਈ ਝਗੜਾ ਖਤਮ ਹੋ ਜਾਂਦਾ। ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਈ। ਜਦੋਂ ਪ੍ਰੇਮ ਨਾਲ ਅੰਮ੍ਰਿਤ ਰਸ ਦੀ ਖਜ਼ਾਨਾ ਲੱਭਦਾ ਹੈ, ਅੰਮ੍ਰਿਤ ਪਾਨ ਕਰਨ ਨਾਲ ਅੰਮ੍ਰਿਤ ਰਸ ਦਾ ਖਜ਼ਾਨਾ ਲੱਭਦਾ, ਪੂਰਨ ਹੋਏ, ਬੰਦਾ ਪੂਰਨ ਗੁਰੂ ਨਾਨਕ ਵਰਗਾ ਹੋ ਜਾਂਦਾ। ਵਿਸ਼ਮ ਵਿਸ਼ਵਾਸ ਵਿਖੇ ਅਨਭੇ ਅਭਿਆਸ ਹੈ। ਇਹ ਵਿਸ਼ਮ ਵਿਸ਼ਵਾਸ ਵਿਖੇ ਤਾਂ ਬੜਾ ਅਚਰਜ ਨਜ਼ਾਰਾ ਹੈ। ਅਨਭੇ ਅਭਿਆਸ ਹੈ। ਇਹ ਬਹੁਤ ਉੱਚੀਆਂ ਗੱਲਾਂ ਹੈ, ਬਹੁਤ ਉੱਚੀਆਂ ਗੱਲਾਂ। ਤੋ ਅਚਰਜ ਸ਼ਰਧਾ ਭਰਪੂਰ ਹੋ ਕੇ ਨਿਰਭਉ ਵਾਹਿਗੁਰੂ ਦਾ ਨਾਮ ਅਭਿਆਸ ਬਣਾ। ਬਹੁਤ ਉੱਚੀਆਂ ਗੱਲਾਂ ਕਹੀਆਂ, ਬਹੁਤ ਉੱਚੀਆਂ। ਸਹਿਜ ਸੁਭਾਏ ਚਾਹੇ ਚਿੰਤਾ ਮੈਂ ਅਤੀਤ ਚੀਤ, ਸਤਿਗੁਰੂ ਸਤ ਗੁਰਮਤਿ ਗੁਰਦਾਸ ਹੈ। ਸਹਿਜ ਸੁਭਾਏ ਆ ਗਿਆ, ਸੁਭਾਅ ਗੁਰੂ ਨਾਨਕ ਵਰਗਾ। ਸਤਿਗੁਰੂ ਦੀ ਕਿਰਪਾ ਦੁਆਰਾ ਚਿੱਤ ਚਿੰਤਾ ਨੂੰ ਤਿਆਗ ਕੇ ਗੁਰੂ ਨਾਨਕ ਵਰਗਾ ਸੁਭਾਅ, ਚਾਅ, ਉਤਸ਼ਾਹ, ਮਾਹ ਵਿੱਚ ਹੁੰਦਾ ਹੈ ਅਤੇ ਸੱਚ ਸਰੂਪ ਗੁਰੂ ਨਾਨਕ ਵਾਹਿਗੁਰੂ ਦੀ ਗੁਰਦੀਖਿਆ ਲੈ ਕੇ ਅੰਮ੍ਰਿਤ ਛਕ ਕੇ ਗੁਰੂ ਦਾ ਸੇਵਕ ਬਣੀਦਾ। ਗੁਰੂਦਾਸ, ਰਾਮਦਾਸ, ਗੁਰੂਦਾਸ। ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ। ਗੁਰਮੁਖ ਗੁਰੂ ਵਾਲਾ ਬਣ ਕੇ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਲਾਉਣੀ ਹੈ। ਸੰਗ ਤ੍ਰੈ ਗੁਣ ਅਤੀਤ ਚੀਤ ਆਸਾ ਮੈਨੇ ਰਸ ਹੈ। ਸਤਿਗੁਰੂ ਦੇ ਸੁਰਤੀ ਲਾਉਣੀ ਹੈ। ਸ਼ਬਦ ਵਿੱਚ ਲਿਵ ਜੋੜਦਾ ਹੈ, ਚਿੱਤ ਨੂੰ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਰੱਖਦਾ ਹੈ ਤੇ ਸੰਸਾਰਕ ਸੰਕਲਪਾਂ ਵਿਕਲਪਾਂ ਤੋਂ ਨਿਰਲੇਪ ਆਸਾ ਮੈਂ ਨਿਰਾਸ ਹੈ। ਨਾਮ ਨਹਿਕਾਮ ਧਾਮ ਸਹਿਜ ਸੁਭਾਏ ਹਿਰਦੇ, ਸੋ ਵਰਤੇ ਵਰਤਮਾਨ ਗਿਆਨ ਕੋ ਪ੍ਰਕਾਸ਼ ਹੈ। ਤੋ ਸੰਸਾਰ ਵਿੱਚ ਵਰਤਦੇ ਹੋਇਆ ਉਸਦੇ ਹਿਰਦੇ ਵਿੱਚ ਸਹਿਜ ਸੁਭਾਅ ਹੀ ਨਾਮ, ਜੋ ਕਿ ਨਿਸ਼ਕਾਮਤਾ ਦਾ ਘਰ ਹੈ, ਆ ਵਸਦਾ ਹੈ। ਉਸਦੇ ਆਨੰਦ ਆਤਮਕ ਗਿਆਨ ਦੀ ਜੋਤੀ ਦਾ ਪ੍ਰਕਾਸ਼ ਹੋ ਜਾਂਦਾ। ਗਿਆਨ ਕੋ ਪ੍ਰਕਾਸ਼ ਹੈ। ਗਿਆਨ ਨਾਲ ਵਰਤਮਾਨ, ਵਰਤੇ ਵਰਤਮਾਨ ਗਿਆਨ ਕੋ ਪ੍ਰਕਾਸ਼ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ। ਸੂਖਮ ਸਥੂਲ ਏਕ, ਏਕ ਉਹ ਅਨੇਕ ਮੇਕ, ਬ੍ਰਹਮ ਵਿਵੇਕ ਟੇਕ, ਬ੍ਰਹਮ ਵਿਸ਼ਵਾਸ ਹੈ। ਸੋ ਉਹ ਇੱਕ ਵਾਹਿਗੁਰੂ ਜੋ ਸੂਖਮ ਤੇ ਸਥੂਲ ਪਦਾਰਥਾਂ ਵਿੱਚ ਇੱਕ ਅਤੇ ਅਨੇਕਾਂ ਰੂਪਾਂ ਵਿੱਚ ਮਿਲਿਆ ਹੋਇਆ, ਉਸ ਬ੍ਰਹਮ ਦੀ ਵਿਚਾਰ ਹੀ ਉਸ ਦੀ ਟੇਕ ਹੈ ਅਤੇ ਉਹ ਬ੍ਰਹਮ ਵਾਹਿਗੁਰੂ ਵਿੱਚ ਹੀ ਉਸਦਾ ਸਿਦਕ ਭਰੋਸਾ ਹੈ, ਵਿਸ਼ਵਾਸ। ਤੋ ਚਰਨ ਸ਼ਰਨ ਲਿਵ ਆਪਾ ਖੋਏ ਹੋਏ ਵਿਰੇਨ, ਸਤਿਗੁਰੂ ਸਤ ਗੁਰਮਤਿ ਗੁਰਦਾਸ ਹੈ। ਸੋ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਲਿਵ ਲਾਉਣ ਨਾਲ, ਸੁਰਤੀ ਜੋੜਨ ਨਾਲ ਵਾਹਿਗੁਰੂ ਸਿਮਰਨ ਵਿੱਚ ਹਉਮੈ ਮਿਟ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ। ਸਭ ਦੇ ਚਰਨਾਂ ਦੀ ਧੂੜ ਹੋਇਆ ਨਿਮਰਤਾ ਵੈਸੇ ਹੀ ਆ ਜਾਂਦੀ ਹੈ। ਤੋ ਸੱਚ ਸਰੂਪ ਗੁਰੂ ਨਾਨਕ ਦੀ ਬਖਸ਼ੀ ਵਾਹਿਗੁਰੂ ਦਾ ਰੂਪ, ਵਾਹਿਗੁਰੂ ਗੁਰੂ ਨਾਨਕ ਵਾਹਿਗੁਰੂ, ਗੁਰੂ ਨਾਨਕ ਵਾਹਿਗੁਰੂ ਦੀ ਬਖਸ਼ੀ ਮੱਤ ਗ੍ਰਹਿਣ ਕਰਕੇ ਗੁਰੂ ਦਾ ਸੱਚਾ ਸੇਵਕ ਹੋਈਦਾ। ਹਉਮੈ ਅਭਿਮਾਨ ਕੈ ਅਗਿਆਨਤਾ ਅਵਿਗਿਆ ਗੁਰੂ, ਨਿੰਦਾ ਗੁਰੂ ਦਾਸਨ ਕੈ ਨਾਮ ਗੁਰਦਾਸ ਹੈ। ਨਾਮ ਗੁਰਦਾਸ ਹੈ। ਸੋ ਹਉਮੈ ਤੇ ਹੰਕਾਰ ਵਿੱਚ ਅਗਿਆਨਤਾ ਵਸ ਹੋ ਕੇ ਸਤਿਗੁਰੂ ਦੀ ਨਿਰਾਦਰੀ ਤੇ ਸਤਿਗੁਰੂ ਦੇ ਦਾਸਾਂ ਦੀ ਨਿੰਦਾ ਕਰਨ ਵਾਲਾ ਮੈਂ ਹਾਂ। ਮੈਂ ਪਰ ਆਪਣਾ ਨਾਂ ਗੁਰਦਾਸ ਰਖਵਾਇਆ ਹੋਇਆ। ਉਸੇ ਤਰ੍ਹਾਂ ਦੀ ਉਲਟੀ ਗੱਲ ਹੈ ਭਾਈ। ਕਿਵੇਂ? ਮੋਹਰਾ ਕਹਾਵੇ ਮਿੱਠਾ, ਗਈ ਸੋ ਕਹਾਵੇ ਆਈ, ਰੂਠੀ ਕੋ ਕਹਿਤ ਟੁੱਠੀ, ਉਹ ਤਾਂ ਉਪਹਾਸ ਹੈ। ਇਹ ਤਾਂ ਜਿਵੇਂ ਦੁਨੀਆ ਵਿੱਚ ਜ਼ਹਿਰ ਮਿੱਠਾ ਤੇਲੀਆ ਖਵਾਉਂਦਾ। ਗਈ ਦੁਖਦੀ ਅੱਖ, ਆਈ ਹੋਈ ਅੱਖ ਘੁਮਾਉਂਦੀ ਹੈ।
तो चीचक निकले तो करोप होई माता नूं त्रुठी किया जाता है। तो मखौल है भाई उल्टा, जिवें हासी वजों बाझ कहावे सपूती, दुहागन सुहागन कुरीति सुरीति, काटियो नकटा को नाश है। जिवें हासी वजों बाझ इस्त्री सपूती कही जाती है ते छुट्टड़ इस्त्री सुहागन। इस तरह किसी भैरी रीति नूं चंगी मर्यादा ते नक कट्टे नूं नक वाला कहा जाता है। बावरो कहावे भोरो, आंधरे कहे सुजाखो, तो चंदन समीप जैसे बांस ना सुबास है। जिवें मखौल वजों पागल मनुख नूं भोला अते अन्ना सुजाखा। भाई गुरदास जी निमरता विच अपने आप नूं अजिहा निर्गुणी दस के अंत कहते हैं, जिवें चंदन दे नेड़े वसदे बांस विच चंदन की सुगंधी नहीं प्रवेश करती। इस तरह मैं हंकारी ते अज्ञानी सतगुरु के निकट वसदा होया भी उन्हां दे उत्तम गुणां तो सखना हाँ। उत्तम गुणां तो सखना, एक गल याद रखना, जिन्ना बंदा दैवी गुण वाला होगा वह कहूगा मैं सब तो माड़ा, जिन्ना बंदा माड़ा होगा वह कहूगा मैं सब तो चंगा। मिर्च की भैड़ आ, मिर्च की भैड़। बस ये जिवें गुरु साहब ने कहा लून हरामी नानक लाला, नानक नूं औंकड़ मैं नानक लून हरामी आ रब्बा, तेरा मैं लून हरामी हाँ। बख्शे जे अजे भी इस लून हरामी नूं बख्श लवें, ये तेरी मेहर आ, बख्शे तो वड्या। देखिया मैं कीता ना जाता हराम खोर, क्या मुँह देसा दुष्ट चोर। मैं तो कुछ कीता ना जाता, तेरा कीता जानिया नहीं कि तू मैनू शरीर दिता सी, जीवात्मा दिती सी, साह दिता सी, मैं जींदा सी। मैं तेरा कीता जानिया नहीं, सिमरन नहीं कीता, मैं हराम खोर हाँ। क्या मुँह देसा दुष्ट चोर, मैं तो चोर हाँ तेरा, दुष्ट बंदा। गदियां आदतां मेरे च, चोरां वालियां, दुष्टां वालियां, हराम खोरां वालियां, लून हरामी वालियां, किरतकना वालियां। मैं की मूँह लैके अगे जावांगा, तैनूं की दसांगा कि मैं की करके आया। यह जिन्हां विच बहुत गुण आ वो अपने आप नूं नीवां कहिंदे आ, जिन्हां च कोई गुण नहीं। मेरे च की भैड़ आ, मैं किहदे नालों माड़ा। हमें बोल दिया, हमें चरण धूड़ इसे करके गुरु साहब ने लैन नूं कहा कि तेरी ये हौमे खत्म हो जाए। करनी तो वाहिगुरू नहीं है, हौमे खत्म हो जाए। गुरसिख एक मेक रोम ना पुजस कोट, होम जग भोग नई वेद पूजा चार है। सतगुरु नाल एक मेक होए गुरसिख दे एक रोम नूं भी करोड़ा होम जग। दोबारा सुनो, सतगुरु नाल एक मेक गुरसिख जी दी सुरती लागी। द मैन हू इज एनलाइटेड, ਜਿਹੜਾ ਸੁਰ ਸਮਾਜ ਚਲਾ ਗਿਆ, ਸਹਿਜ ਸਮਾਜ ਚਲਾ ਗਿਆ, ਗੁਰੂ ਨਾਨਕ ਵਰਗਾ ਸੁਭਾਅ ਹੋ ਗਿਆ। ਸਤਿਗੁਰੂ ਨਾਲ ਇੱਕ ਮਿਕ ਹੋਏ ਗੁਰਸਿੱਖ ਦੇ ਇੱਕ ਰੋਮ ਨੂੰ ਵੀ ਕਰੋੜਾਂ ਹੋਮ ਜਗ ਬ੍ਰਹਮ ਭੋਜ, ਦੇਵਤਿਆਂ ਦੇ ਭੋਗ ਤੇ ਹੋਰ ਪੂਜਾ ਤੇ ਕਰਮਕਾਂਡ ਨਹੀਂ ਪੁੱਜ ਸਕਦੇ। ਸਾਰੇ ਧਰਮ ਇੱਕ ਬਰਾਬਰ ਹੈ। ਜੋਗ ਧਿਆਨ ਗਿਆਨ ਅਧਿਆਤਮ ਰਿੱਧ ਸਿੱਧ ਨਿਧੂ ਜਪ ਤਪ ਸੰਜ ਮਾਦ अनेक प्रकार है। इस तरह गुरसिख ते एक रोम की बराबरी नहीं कर सकते। कई तरह के जोग के ध्यान शरीर साधन के नेति धोती कर्म रिद्धियां सिद्धियां निधियां जप तप ते होर हठ कर्म गुरसिख ते एक रोम की बराबरी नहीं कर सकते। सिमरत प्राण वेद शास्त्र और संगीत सुर सर देव सकल माया विस्तार है। सिमरतियां प्राण वेद शास्त्र ते संगीत गंगा नदी देवतियां दे स्थान मंदिर ते सृष्टि विच माया दा पसारा, ये सारा कुछ सतगुरु नाल एक मिक होए गुरसिख दे एक रोम दी बराबरी नहीं कर सकते। सारे धर्म इक्को जिहा जी। तो कुट नूं कुटाण सिख संगत असंख जाके, श्री गुरु चरण नेत नेत नमस्कार है। गुरु नानक जी दे इहो जिहा गुरसिखां दियां करोड़ां ते संखां ही सिख संगतां हन। तो ऐसे सतगुरु जी दा कोई अंत समार नहीं, वो बेअंत बेअंत है। तो उन्हां दे चारे चरणां ते बारंबार नमस्कार है। नेत नेत तू बेअंत है, तू बेअंत है, तेनू नमस्कार है, तेनू नमस्कार है, तेनू नमस्कार है।
ਚਰਨ ਕਮਲ ਰਜ ਗੁਰ ਸਿੱਖ ਮਾਥੇ ਲਾਗੀ। ਚਰਨ ਰਜ ਹੁੰਦੀ ਚਰਨ ਧੂੜ। ਚਰਨ ਕਮਲ ਰਜ ਗੁਰ ਸਿੱਖ ਮਾਥੇ ਲਾਗੀ। ਬਚਤ ਸਕਲ ਗੁਰ ਸਿੱਖ ਪਗ ਰੀਨ ਹੈ। ਬਚਤ ਸਕਲ ਗੁਰ ਸਿੱਖ ਪਗ ਰੀਨ ਹੈ। ਜਿਸ ਗੁਰ ਸਿੱਖ ਦੇ ਮੱਥੇ ਤੇ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ ਲੱਗ ਜਾਂਦੀ ਹੈ, ਜਿਸ ਨੂੰ ਗੁਰੂ ਨਾਨਕ ਤੋਂ ਨਾਮ ਸਿਮਰਨ ਦੀ ਦਾਤ ਪ੍ਰਾਪਤ ਹੋ ਗਈ ਤੇ ਚਰਨ ਧੂੜੀ ਲੱਗ ਗਈ, ਉਹ ਗੁਰਸਿੱਖ ਚਰਨ ਨਾਮ ਦੀ ਦਾਤ ਤਾਂ ਲੈਣੀ ਹੈ। ਉਸ ਤੋਂ ਬਾਅਦ ਤਾਂ ਗੁਰੂ ਸਾਹਿਬ ਕਹਿੰਦੇ ਸਿੱਖ ਹੀ ਨਹੀਂ ਨਾ, ਅੰਮ੍ਰਿਤਧਾਰੀ ਸਿੱਖ ਕਹਿ ਲੋ। ਉਹ ਗੁਰਸਿੱਖ ਦੇ ਚਰਨਾਂ ਦੀ ਧੂੜੀ ਨੂੰ ਸਾਰੀ ਸ੍ਰਿਸ਼ਟੀ ਲੋਚਦੀ ਹੈ। ਤੋ ਕੋਟਨ ਕੁਟਾਨ ਕੋਟ ਕਪਲਾ ਕਲਪਤਰ ਪਾਰਸ ਹੋਏ ਅੰਮ੍ਰਿਤ ਚਿੰਤਾ ਮਨ ਕੌਮ ਧੀਨ ਹੈ। ਕਰੋੜਾਂ ਹੀ ਕਰੋੜਾਂ ਲక్ష్ਮੀਆਂ ਕਲਪ ਬ੍ਰਿਛ ਪਾਰਸ ਅੰਮ੍ਰਿਤ ਚਿੰਤਾ ਮਨੀਆਂ ਤੇ ਕਾਮ ਤੇ ਨਾ ਐਸੇ ਗੁਰਸਿੱਖ ਧੂੜੀ ਨੂੰ ਤਰਸਦੀਆਂ ਹਨ। ਸਾਰੇ ਧਰਮ ਇੱਕੋ ਜਿਹੇ ਭਾਈ ਹੋਏ। ਸੁਰ ਨਰ ਨਾਥ ਮਨ ਤ੍ਰੇ ਫਮਨ ਔਰ ਤ੍ਰਿਕਾਲ ਲੋਗ वेद ज्ञान उन मन जेन केन है। जेन केन है ਕਰੋੜਾਂ ਹੀ ਦੇਵਤੇ ਮਨੁੱਖ ਨਾਥ ਰਿਸ਼ੀ ਮੁਨੀ ਤਿੰਨੇ ਲੋਕ ਤਿੰਨੇ ਕਾਲ ਲੌਕਿਕ ਤੇ ਵੈਦਿਕ ਗਿਆਨ ਇਹੋ ਜਿਹੇ ਜਿੰਨੇ ਵੀ ਅਨੁਮਾਨ ਹਨ ਸਾਰੇ ਹੀ ਅਜਿਹੇ ਗੁਰਸਿੱਖ ਦੀ ਧੂੜੀ ਨੂੰ ਮੰਗਦੇ ਹਨ। ਸਾਰੇ ਧਰਮ ਇੱਕੋ ਜਿਹੇ ਆ। ਹਾਂ ਕੁੱਟ ਨੂੰ ਕੁਟਾਨ ਸਿੱਖ ਸੰਗਤ ਅਸੰਖ ਜਾਕੇ ਨਮੋ ਨਮੋ ਗੁਰ ਸਿੱਖ ਸੁਖ ਫਲ ਦੇਨ ਹੈ। ਭਾਈ ਗੁਰਸਿੱਖ ਗੁਰੂ ਨਾਨਕ ਜੀ ਦੇ ਅਜਿਹੇ ਗੁਰਸਿੱਖਾਂ ਦੀਆਂ ਕਰੋੜਾਂ ਤੇ ਅਸੰਖਾਂ ਸਿੱਖ ਸੰਗਤਾਂ ਹਨ। ਨਾਮ ਅੰਮ੍ਰਿਤ ਤੇ ਸੁਖ ਫਲ ਦੇ ਦਾਤੇ ਐਸੇ ਸਤਿਗੁਰੂ ਜੀ ਨੂੰ ਬਾਰੰਬਾਰ ਨਮਸਕਾਰ ਹੈ। ਬਾਰੰਬਾਰ ਨਮੋ ਨਮੋ ਗੁਰਮੁਖ ਸੁਖ ਫਲ। ਸਦੀਵੀ ਸੁਖ ਦਿੰਦਾ ਗੁਰਸਿੱਖਾਂ ਨੂੰ। ਮੇਰਾ ਗੁਰੂ ਨਾਨਕ ਸਦੀਵੀ ਸੁਖ ਦਿੰਦਾ ਗੁਰਸਿੱਖਾਂ ਨੂੰ। ਸੱਚਖੰਡ ਲੈ ਜਾਂਦਾ ਹੈ, ਨਾਮ ਰਸ ਦਿੰਦਾ ਹੈ, ਅੰਮ੍ਰਿਤ ਰਸ ਦਿੰਦਾ ਹੈ। ਐਸੇ ਗੁਰਦਾਤੇ ਨੂੰ ਨਾ ਬਾਰ ਬਾਰ ਨਮਸਕਾਰ ਹੈ। ਗੁਰੂ ਨਾਨਕ ਨੂੰ ਨਮਸਕਾਰ ਹੈ, ਨਮਸਕਾਰ ਹੈ। ਗੁਰਦੇਵ ਨਵੇਂ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਅਤ ਭਾਮਨੀ ਭਗਤ ਭਾਏ ਚਾਹੇ ਕੇ ਚੈਲੇ ਹੈ। ਚਾਹੇ ਕੇ ਚੈਲੇ ਉਤਸ਼ਾਹ ਨਾਲ ਤੋ ਗੁਰੂ ਨਾਨਕ ਨਾਲ ਇੱਕ ਮਿੱਕ ਹੋਏ। ਸਤਿਗੁਰੂ ਦੀ ਚਰਨ ਧੂੜ ਪਰਸਨ ਵਾਲੇ ਗੁਰਸਿੱਖਾਂ ਦੀ ਸੰਗਤ ਦੇ ਮਿਲਾਪ ਦਾ ਬੇਅੰਤ ਤੇਜ ਪ੍ਰਕਾਸ਼। ਤੋ ਐਸੇ ਗੁਰਸਿੱਖ ਪ੍ਰੇਮਾ ਭਗਤੀ ਦੀ ਭਾਵਨਾ ਦੇ ਚਾਅ ਉਮਾ ਵਿੱਚ ਭਾਵ ਹੋਰ ਨਾਮ ਸਿਮਰਨ ਦੀ ਕਮਾਈ ਕਰਨ ਦੇ ਉਤਸ਼ਾਹ ਵਿੱਚ ਉਤਸ਼ਾਹਤ ਹੋਏ ਰਹਿੰਦੇ ਹਨ। ਦ੍ਰਿਸ਼ਟ ਦਰਸ ਲਿਵ ਅਤ ਅਸਤਰਜ ਮੈਂ ਤੋ ਬਚਨ ਤੰਬੋਲ ਸੰਗ ਰੰਗ ਹੋਏ ਰੰਗੀਲੇ। ਤੋ ਸਤਿਗੁਰਾਂ ਦੀ ਅਤ ਅਸਤਰਜਾ ਰੂਪ ਦਰਸ਼ਨਾਂ ਵਿੱਚ ਉਹਨਾਂ ਗੁਰਸਿੱਖਾਂ ਦੀ ਦ੍ਰਿਸ਼ਟੀ ਦੀ ਲਿਵ ਲੱਗ ਜਾਂਦੀ, ਸੁਰਤੀ ਜੁੜ ਜਾਂਦੀ ਅਤੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਰੂਪੀ ਪਾਨ ਚੱਬ ਕੇ ਨਾਮ ਰਸ ਵਿੱਚ ਰੰਗੀਜੇ ਰਹਿੰਦੇ। ਤੋ ਸ਼ਬਦ ਸੁਰਤ ਲਿਵ ਲੀਨ ਜਲ ਮੀਨ ਗਤ ਪ੍ਰੇਮ ਰਸ ਅੰਮ੍ਰਿਤ ਕੈ ਰਸ ਕਰ ਰਸੀਲੇ। ਵਾਹਿਗੁਰੂ ਨਾਮ ਸਿਮਰਨ ਵਿੱਚ ਉਹ ਸੁਰਤੀ ਜੋੜਦੇ ਹਨ। ਜਲ ਦੀ ਮੱਛੀ ਵਾਂਗ ਸਤਿਗੁਰੂ ਦੇ ਬਖਸ਼ੇ ਵਾਹਿਗੁਰੂ ਸਿਮਰਨ ਸੁਰਤ ਨਾਲ ਮੇਲ ਹੋਇਆ ਉਹਨਾਂ ਦੀ ਲਿਵ ਨਾਮ ਵਿੱਚ ਲੀਨ ਹੁੰਦੀ ਰਹਿੰਦੀ ਹੈ। ਤੇ ਉਹ ਨਾਮ ਅੰਮ੍ਰਿਤ ਰਸ ਪ੍ਰੇਮ ਰਸ ਦੇ ਰਸੀਏ ਬਣ ਕੇ ਰਸ ਭਿੰਨੇ ਹੋਏ ਰਹਿੰਦੇ ਹਨ। ਰਸੀਲੇ ਸੋਭਾ ਨਿਧ ਸੋਭ ਕੋਟ ਓਟ ਲੋਭ ਕੈ ਲੁਬਤ ਕੋਟ ਛਬ ਛਾ ਛਿਪੇ ਛਬ ਕੇ ਸ਼ਬੀਲੇ ਛਬ ਵਾਲੇ ਬਾਂਕੇ ਤੇ ਉਹ ਸੋਭਾ ਦੇ ਭੰਡਾਰ ਹੁੰਦੇ ਹਨ। ਭਾਵ ਉਹਨਾਂ ਦੀ ਬੇਅੰਤ ਸੋਭਾ ਹੈ। ਕਰੋੜਾਂ ਸੋਭਾ ਉਹਨਾਂ ਦੀਆਂ ਸੋਭਾ ਨੂੰ ਤਰਸਦੀਆਂ, ਉਹਨਾਂ ਦੀ ਸ਼ਰਨ ਚਾਹੁੰਦੀਆਂ ਹਨ। ਸੁੰਦਰਤਾ ਕਰਕੇ ਉਹ ਇਤਨੇ ਸ਼ਬੀਲੇ ਹੁੰਦੇ ਹਨ, ਬਾਂਕੇ। ਤੇ ਦੁਨੀਆ ਦੀਆਂ ਕਰੋੜਾਂ ਛਬੀਆਂ ਉਹਨਾਂ ਦੇ ਪਰਛਾਵੇਂ ਵਿੱਚ ਲੁਕ ਜਾਂਦੀਆਂ ਹਨ। ਭਾਵ ਤੁੱਛ ਹਨ, ਕੁਛ ਵੀ ਨਹੀਂ। ਗੁਰਸਿੱਖ ਏਕ ਮੇਕ ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ। ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵਈ। ਸਤਿਗੁਰੂ ਨਾਲ ਇੱਕ ਮਿਕ ਹੋਏ ਗੁਰਸਿੱਖਾਂ ਦੀ ਇੱਕ ਰੋਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ ਨਹੀਂ ਕਹੀ ਜਾ ਸਕਦੀ। ਇੱਕ ਮਿਕ ਹੋ ਜਾਏ ਕਹੀ ਨਹੀਂ ਜਾ ਸਕਦੀ।
ਤਾਂ ਐਸੇ ਗੁਰਸਿੱਖਾਂ ਦੇ ਸਮੂਹ ਸਾਧ ਸੰਗਤ ਦੀ ਮਹਿਮਾ ਦਾ ਕੌਣ ਅੰਤ ਪਾ ਸਕਦਾ ਹੈ? ਜੇ ਇਕੱਠੇ ਹੋ ਜਾਣ ਤਾਂ ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵੇ, ਕਿਹੜਾ ਕਹਿ ਸਕਦਾ ਹੈ? ਉਹਦਾ ਮੈਂ ਕੀ ਮਹਿਮਾ ਦੱਸਾਂ? ਏਕ ਓਂਕਾਰ ਕੇ ਵਿਸਥਾਰ ਕੋ ਨਾ ਪਾਰਾਵਾਰ, ਏਕ ਓਂਕਾਰ ਕੇ ਵਿਸਥਾਰ ਕੋ ਨਾ ਪਾਰਾਵਾਰ, ਤੋ ਸ਼ਬਦ ਸੁਰਤ ਸਾਧ ਸੰਗਤ ਸਮਾਵੇ। ਜਿਸ ਇੱਕ ਓਂਕਾਰ ਵਾਹਿਗੁਰੂ ਦੇ ਪਸਾਰੇ ਦਾ ਕੋਈ ਅੰਤ ਨਹੀਂ, ਤੇ ਉਹ ਵਾਹਿਗੁਰੂ ਸ਼ਬਦ ਸੁਰਤ ਵਿੱਚ ਲਿਵਲੀਨ ਹੋਏ ਗੁਰਸਿੱਖਾਂ ਦੀ ਸਾਧ ਸੰਗਤ ਵਿੱਚ ਸਮਾਰੇ, ਉਹਦਾ ਕੌਣ ਅੰਤ ਪਾ ਸਕਦਾ? ਭਾਈ ਤੁਸੀਂ ਦੱਸ ਦਿਓ। ਪੂਰਨ ਬ੍ਰਹਮ ਗੁਰ ਸਾਧ ਸੰਗ ਮੈਂ ਨਿਵਾਸ, ਤੋ ਦਾਸਨ ਦਾਸਾਨ ਮਤ ਆਪਾਂ ਨਾ ਜਤਾਵੇ। ਤੋ ਪੂਰਨ ਬ੍ਰਹਮ ਰੂਪ ਗੁਰੂ ਨਾਨਕ ਦਾ ਨਿਵਾਸ ਸਾਧ ਸੰਗਤ ਵਿੱਚ ਹੁੰਦਾ ਹੈ। ਪੂਰਨ ਬ੍ਰਹਮ ਗੁਰ ਸਾਧ ਸੰਗਤ ਮੈਂ ਨਿਵਾਸ। ਪੂਰਨ ਬ੍ਰਹਮ, ਪੂਰਨ ਵਾਹਿਗੁਰੂ ਸਤਿਗੁਰੂ ਨਾਨਕ ਪੂਰਨ ਵਾਹਿਗੁਰੂ ਦਾ ਨਿਵਾਸ ਸਾਧ ਸੰਗਤ ਵਿੱਚ ਹੁੰਦਾ ਹੈ। ਪਰ ਐਸੇ ਗੁਰੂ ਨਾਨਕ ਨਾਲ ਮਿਲੇ ਹੋਏ ਗੁਰਸਿੱਖ ਗਰੀਬੀ ਵਾਲੀ ਮਤ ਕਰਕੇ, ਨਿਮਰਤਾ ਧਾਰਨ ਕਰਕੇ ਸਤਿਗੁਰੂ ਦੇ ਗੋਲਿਆਂ ਦੇ ਗੋਲੇ ਬਣੇ ਰਹਿੰਦੇ ਹਨ। ਉਹ ਆਪਣਾ ਆਪ ਨਹੀਂ ਜਨਾਉਂਦੇ, ਭਾਵ ਉਹਨਾਂ ਅੰਦਰੋਂ ਮੈਂ ਮੇਰੀ ਮਿਟ ਜਾਂਦੀ ਹੈ, ਮੈਂ ਮੇਰੀ ਮਿਟ ਜਾਂਦੀ ਹੈ। ਤਾਂ ਸਤਿਗੁਰੂ ਗੁਰਸਿੱਖ ਸਾਧ ਸੰਗਤ ਹੈ। ਸਤਿਗੁਰੂ ਗੁਰਸਿੱਖ ਸਾਧ ਸੰਗਤ ਹੈ। ਓਤ ਪੋਤ ਜੋਤ ਵਾਕੀ ਵਾਹੀ ਬਣਿਆ ਵੇ। ਸਤਿਗੁਰੂ ਗੁਰੂ ਮਹਾਨ ਹੈ, ਗੁਰ ਸਭ ਤੋਂ ਵੱਡਾ, ਠਾਠ ਗੁਰੇ ਨਮੈ। ਸਤਿਗੁਰੂ ਪ੍ਰੀਤ ਗੁਰੀਆ ਮੋਹਨ ਲਾਲਣਾ, ਸਭ ਤੋਂ ਵੱਡਾ ਪਿਆਰ ਗੁਰੀਆ। ਸਤਿਗੁਰੂ ਗੁਰੂ ਮਹਾਨ ਹੈ ਅਤੇ ਗੁਰੂ ਦਾ ਸਿੱਖ ਸਾਧ ਸੰਗਤ ਹਨ। ਤੋ ਉਸ ਮਹਾਨ ਸਤਿਗੁਰੂ ਦੀ ਜੋਤੀ ਤਾਣੇ ਪੇਟੇ ਵਾਂਗ ਸਾਧ ਸੰਗਤ ਵਿੱਚ ਸਮਾਈ ਹੁੰਦੀ ਹੈ। ਤੇ ਐਸੇ ਮਹਾਨ ਸਤਿਗੁਰੂ ਦੀ ਮਹਿਮਾ ਉਸੇ ਨੂੰ ਬਣਾਉਂਦੀ ਹੈ। ਉਸ ਦੀ ਕੋਈ ਬਰਾਬਰੀ ਨਹੀਂ ਪਈ, ਉਸ ਦੀ ਕੋਈ ਬਰਾਬਰੀ ਨਹੀਂ। ਗੁਰੂ ਨਾਨਕ ਦੀ ਕੌਣ ਬਰਾਬਰੀ ਕਰ ਸਕਦਾ ਹੈ? ਮੈਂ ਕਈ ਵਾਰੀ ਕਹਿੰਦਾ, ਜਦੋਂ ਸਾਡੇ ਪ੍ਰਚਾਰਕ ਕਹਿੰਦੇ ਆ ਕਿ ਸਾਰੇ ਧਰਮ ਇੱਕੋ ਜਿਹੇ ਆ, ਤੁਸੀਂ ਗੁਰੂ ਨਾਨਕ ਦੀ ਕੀਤੀ ਕਰਾਈ ਤੇ ਪਾਣੀ ਫੇਰਦੇ ਹੋ, ਫਿਰ ਆਪਾਂ ਹਿੰਦੂ ਹੋ ਜਾਂਦੇ ਜੇ ਰੱਬ ਮਿਲ ਸਕਦਾ ਤਾਂ। ਕਈ ਪ੍ਰਚਾਰ ਕਰਨਗੇ ਰੱਬ ਮਿਲ ਸਕਦਾ, ਫਿਰ ਆਪਾਂ ਹਿੰਦੂ ਕਿਉਂ ਨਹੀਂ ਹੋ ਜਾਂਦੇ? ਫਿਰ ਸਿੱਖ ਰਹਿਣ ਦੀ ਲੋੜ ਹੀ ਕੋਈ ਨਹੀਂ, ਅੰਮ੍ਰਿਤ ਛਕਣ ਦੀ ਲੋੜ ਹੀ ਕੋਈ ਨਹੀਂ। ਇਹ ਭਾਈ ਗੁਰਦਾਸ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ, ਮੈਨੂੰ ਲੱਗਦਾ। ਬੁੱਧੂ ਸਾਰੇ ਕਿਆ ਗੱਲਾਂ, ਗੁਰਸਿੱਖ ਦੇ ਰੋਮ ਦੇ ਬਰਾਬਰ ਨਹੀਂ ਦੁਨੀਆ ਤੇ ਅਸੀਂ ਕਿੱਥੇ ਬੈਠੇ ਤੇ ਕੀ ਗੱਲਾਂ ਕਰੀ ਜਾਂਦੇ ਹਾਂ? ਸਾਨੂੰ ਸਮਝ ਹੀ ਨਹੀਂ ਗੱਲ ਦੀ, ਕੋਈ ਗੱਲ ਸਮਝ ਆ ਹੀ ਨਹੀਂ ਰਹੀ। ਪਤਾ ਨਹੀਂ ਸਾਡੇ ਯਾਰ ਦਿਮਾਗ ਹੀ ਸਾਡਾ ਹੈ ਨਹੀਂ ਗੁਰਸਿੱਖਾਂ ਦਾ। ਪੜ੍ਹਦੇ ਨਹੀਂ, ਮੇਰੇ ਖਿਆਲ ਬਾਣੀ ਨਹੀਂ ਪੜ੍ਹਦੇ, ਸਾਰੀ ਦਿਹਾੜੀ ਗੁਰਸਿੱਖ ਹੋ ਕੇ ਵੀ ਮਾਇਆ ਹੀ ਕਮਾਉਂਦੇ ਰਹਿੰਦੇ, ਮਾਇਆ ਹੀ ਕਮਾਉਂਦੇ ਰਹਿੰਦੇ, ਮਾਇਆ ਹੀ ਕਮਾਉਂਦੇ ਰਹਿੰਦੇ। ਮਾਇਆ 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 ਮਾਇਆ। ਵਾਹਿਗੁਰੂ ਭਲੀ ਕਰੇ, ਸੱਚੇ ਪਾਤਸ਼ਾਹ ਮਿਹਰ ਕਰੀ। ਤਾਤਿਆ ਸਾਨੂੰ ਸਮਝਾਈ ਕੁਛ, ਸਾਨੂੰ ਗੁਰਸਿੱਖਾਂ ਨੂੰ ਅਕਲ ਬਖਸ਼ੀ, ਅਸੀਂ ਬਾਣੀ ਨਾਲ ਜੁੜੀਏ, ਕੁੰਜੀ ਨਾਲ ਜਿੰਦਾ ਖੋਲੀਏ, ਤੋੜੀਏ ਨਾ। ਇਹ ਕੁੰਜੀ ਮਾਸਟਰ ਕੀ, ਇਟ ਕੈਨ ਓਪਨ ਕਿੰਨੇ ਲੋਕ? 700 ਕਰੋੜ ਲੋਕ this key can open. Do not break it with hammer. No. ਪਿਆਰ ਨਾਲ ਚਾਬੀ ਲੈ ਕੇ ਖੋਲੋ ਜਿੰਦਰਾ, ਤਾਂ ਕਿ ਸਾਨੂੰ ਗੱਲ ਸਮਝ ਆ ਜਾਏ। ਪਿਆਰ ਨਾਲ ਸੁਣੋ, 2-3-4 ਵਾਰੀ ਸੁਣੋਗੇ ਨਾ ਤਾਂ ਅੰਦਰ ਵਸੇਗੀ। ਗੁਰੂ ਨਾਨਕ ਕੌਣ ਹੈ? ਵਾਹਿਗੁਰੂ। ਤੇ ਵਾਹਿਗੁਰੂ ਕੌਣ ਹੈ? ਗੁਰੂ ਨਾਨਕ। ਤੇ ਗੁਰੂ ਨਾਨਕ ਸੰਗਤ ਵਿੱਚ, ਤੇ ਸੰਗਤ ਆਪਾਂ ਕਰਨੀ, ਆਪਾਂ ਉਹਦੇ ਕੋਲੋਂ ਬਖਸ਼ਿਸ਼ ਲੈਣੀ ਝੋਲੀ ਅੱਡ ਕੇ। ਗੁਰੂ ਨਾਨਕ ਪਾਤਸ਼ਾਹ ਤੇਰੇ ਕੁੱਕਰ, ਤੇਰਾ ਮਗਤਾ ਹਾਂ ਪੀ ਕੇ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਸਾਨੂੰ ਨਾਮ ਦੀ ਦਾਤ ਦੇ ਦੇ। ਵਾਹਿਗੁਰੂ ਨਾਮ ਦੀ ਦਾਤ ਦੇ ਦੇ, ਵਾਹਿਗੁਰੂ ਨਾਮ ਦੀ ਦਾਤ ਦੇ ਦੇ, ਨਾਮ ਦੀ ਦਾਤ ਦੇ ਦੇ। ਵਾਹਿਗੁਰੂ ਸਾਨੂੰ ਪਤਾ ਲੱਗ ਗਿਆ ਤੂੰ ਵਾਹਿਗੁਰੂ, ਕਰਤਾ ਵਾਹਿਗੁਰੂ, ਕਰਨਹਾਰ ਵਾਹਿਗੁਰੂ, ਕਰਨ ਯੋਗ ਵਾਹਿਗੁਰੂ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਨਾਮ ਦੀ ਦਾਤ ਦੇ ਦੇ, ਸਾਨੂੰ ਆਪਣੇ ਨਾਲ ਜੋੜ ਲੈ ਵਾਹਿਗੁਰੂ। ਆਪਣੀ ਸਿੱਖਿਆ ਦੇ, ਅਸੀਂ ਨਹੀਂ ਕੁਝ ਕਰ ਸਕਦੇ। ਨਾ ਨਾ ਨਾ, ਤੁਸੀਂ ਆਪਾਂ ਕਾਮ ਕ੍ਰੋਧ ਕਿਵੇਂ ਦੂਰ ਕਰਾਂਗੇ? ਸਾਡੇ ਕੋਲ ਕੋਈ ਪਾਵਰ ਹੈ? ਇਹ ਤਾਂ ਗੁਰੂ ਨਾਨਕ ਜਦੋਂ ਆਪਾਂ ਦੇ ਪੁੱਤਰ ਬਣ ਜਾਂਦੇ ਹਾਂ, ਸਾਡੇ ਤੇ ਤਰਸ ਖਾ ਲੈਂਦਾ ਹੈ, ਬਸ ਦੂਰ ਕਰ। ਜਿਵੇਂ ਹੀ ਹਉਮੈ ਦੂਰ ਹੋਈ ਪ੍ਰਕਾਸ਼ ਹੋ ਜਾਣਾ, ਯਾਦ ਰੱਖਣਾ। ਜਿਵੇਂ ਹੀ ਹਉਮੈ ਦੂਰ ਹੋਈ ਪ੍ਰਕਾਸ਼ ਹੋ ਜਾਣਾ, ਬਸ ਇੱਕ ਗੱਲ ਯਾਦ ਰੱਖਣਾ, ਜਿਵੇਂ ਹੀ ਹਉਮੈ ਦੂਰ ਹੋਈ ਪ੍ਰਕਾਸ਼ ਹੋ ਜਾਣਾ। ਵਾਹਿਗੁਰੂ ਅੱਗੇ ਅਰਦਾਸ ਕਰੀਏ, ਵਾਹਿਗੁਰੂ ਕਿਰਪਾ ਕਰ ਦੇ, ਮਿਹਰ ਕਰ ਦੇ, ਬਖਸ਼ਿਸ਼ ਕਰ ਦੇ। ਤੇਰਾ ਕੂਕਰ ਮੇਰਾ ਪਟਾ ਹੀ ਦੇਖ ਲਿਆ ਕਰ ਵਾਹਿਗੁਰੂ, ਮੇਰੇ ਗਲ 'ਚ ਪਟਾ ਪਾਇਆ, ਤੇਰੇ ਨਾਂ ਦਾ ਪਟਾ ਪਾਇਆ ਵਾਹਿਗੁਰੂ, ਤੂੰ ਪਟਾ ਹੀ ਦੇਖ ਲੈ ਵਾਹਿਗੁਰੂ, ਤੂੰ ਬਖਸ਼ਿਸ਼ ਕਰਨਾ। ਗੁਰੂ ਸਾਹਿਬ ਜੀ ਮਨੁੱਖਾ ਜਨਮ ਕਿਉਂ ਦਿੱਤਾ? ਸਾਨੂੰ ਨਰਕਾਂ 'ਚੋਂ ਕੱਢਿਆ, ਨਾਮ ਦੀ ਦਾਤ ਦਿੱਤੀ, ਬਾਣੀ ਨਾਲ ਜੋੜਿਆ। ਇਹ ਕੀ ਲੋੜ ਸੀ? ਇੰਨੀ ਖੇਚਲ ਕਰਨ ਦੀ ਕੀ ਲੋੜ ਸੀ ਵਾਹਿਗੁਰੂ? ਫਿਰ ਹੁਣ ਮਿਲਾਪ ਬਖਸ਼ ਫਿਰ, ਇੰਨੀ ਜੀ ਖੇਚਲ ਕੀਤੀ ਤਾਂ ਹੁਣ ਮਿਲਾਪ ਬਖਸ਼ ਦੇ, ਕਿਰਪਾ ਕਰਦੇ ਵਾਹਿਗੁਰੂ, ਮਿਹਰ ਕਰਦੇ।
ਸਾਨੂੰ ਆਪਣੇ ਨਾਲ ਮਿਲਾ ਲਾ ਤੇ ਸੱਚਖੰਡ ਲੈ ਜਾ, ਸੱਚਖੰਡ ਲੈ ਜਾ ਵਾਹਿਗੁਰੂ, ਸੱਚਖੰਡ ਲੈ ਜਾ, ਉੱਥੇ ਸੂਖਸ਼ਮ ਸੇਵਾ ਕਰਾਂਗੇ ਤੇਰੇ ਵਾਂਗੂ। तो बख्शिश आगे ला ठीक है। पवन पवन मिलत नहीं पेखियत, सलल सलल मिलत न पहचानिए। हवा विच हवा मिली तो वक वक नहीं वेखी जा सकती, सो पानी विच पानी मिलना पछाणिया नहीं जा सकता। ठीक है ना, हवा विच हवा मिल जाए तो पानी विच पानी मिल जाए, कोई वखरा भी नहीं होना तो पछाणिया भी नहीं जा सकता। सो ज्योति मिले जोत होत, भिन्न भिन्न कैसे कर, भस्मत भस्म समानी कैसे जानिए। सो चानण विच चानण मिल जाए तो वख वख करके किवें वेख्या जा सकता है। तो सुआह विच सुआह मिल जाए, राख विच राख मिल जाए तो वख वख किवें कीती जा सकती है। तो कैसे पंच तत्त मेल खेल होत पिंड प्राण, तो विचरत पिंड प्राण कैसे अनुमानिए। कौन जानदा है, कौन जान सकता है कि पंजां तत्तां दे मेल नाल सरीगिरां ते प्राणां दी रचना दा खेल किवें रचिया जांदा है, कौन जानदा है। ਅਤੇ ਸਰੀਰਾਂ ਦੇ ਪ੍ਰਾਣਾਂ ਤੋਂ ਵਿਛੜਨ ਦਾ ਅਨੁਮਾਨ ਕਿਵੇਂ ਲਾਇਆ ਜਾ ਸਕਦਾ, कैसे अनुमानीय, तो ਉਹਦਾ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ, ਕਿਵੇਂ ਵਿਛੜ ਗਿਆ, ਕਿਵੇਂ ਬਣਿਆ। ਸੋ ਅਬਗਤ ਗਤ ਅਤ ਵਿਸ਼ਮ ਅਸਚਰਜ ਮੈਂ, ਸੋ ਗਿਆਨ ਧਿਆਨ ਅਗਮਿਤ कैसे ਉਹਨੂੰ ਉਰਮਾਨੀਏ। तो ਇਸੇ ਤਰ੍ਹਾਂ ਹੀ ਭਾਈ ਗੁਰਸਿੱਖ ਸੰਗਤ ਮਿਲਾਪ ਸਤਿਗੁਰੂ ਨਾਲ ਇੱਕ ਮਿਕ ਗੁਰਸਿੱਖਾਂ ਦੀ ਗਤੀ ਨਹੀਂ ਜਾਣੀ ਜਾ ਸਕਦੀ। बहुत हैरानी वाली ते आश्चर्यजनक है गल, आम बंदा नहीं समझ सकता। हाँ, शास्त्री ज्ञाना ते ध्यान समाधियां द्वारा नहीं जानी जा सकती। उसका अनुमान भी किवें हिरदे विच लियांदा जा सकता है, भाव नहीं लियांदा जा सकता। किवें लियावांगे कि बंदा वाहिगुरू नाल मिलिया, गुरु नाल मिलिया होया, ज्योति जोत मिली हुई है, ये नहीं लियांदा जा सकता। जिवें हवा नाल हवा मिल गई, पानी नाल पानी मिल गया, प्रकाश नाल प्रकाश मिल गया, लाइट नाल लाइट मिल गई, पंज तत्तां दा शरीर किवें बनिया ते विछड़दा किवें है, गल्लां नहीं जाणियां जा सकदियां ना, औखियां गल्लां औखियां। इसे तरह गुरु साहब नाल एक मिकता दी गल नूं कोई जान नहीं सकदा, नहीं जी नहीं। तो चार कुंट सत दीप में ना नव खंड विखे, तो दह दिस देखिए न बन ग्रह जानिए। चार कुंट सत दीप में, तो सतगुरु ते गुरसिखां दी संगत दे मिलाप दा तेज प्रकाश 4 कुंटां 7 टापूआं 9 खंडां 10 दिशां जंगल ते घर विच किते भी नहीं जानिया जा सकदा, नहीं जानिया नहीं जा सकदा। बड़ी वधिया गल कही आ भाई, ये गुरसिख दा ते सतगुरु दा मिलाप जिहड़ा ना, ਉਹਦਾ ਕਿਵੇਂ ਹੋਇਆ ਮਿਲਾਪ, ਸੰਗਤ ਵਿੱਚ ਉਹਦਾ ਮਿਲਾਪ ਕਿਵੇਂ ਹੋਇਆ, ਜਾਂ ਤੇਜ ਉਹਦਾ ਪ੍ਰਕਾਸ਼ ਅੰਦਰ ਇਨਲਾਈਟਡ ਕਿਵੇਂ ਹੋਇਆ। 4 ਕੁੰਟਾਂ 7 ਟਾਪੂਆਂ 9 ਖੰਡਾਂ ਤੇ 10 ਜੰਗਲ ਘਰ ਵਿੱਚ ਕਿਤੇ ਵੀ ਨਹੀਂ ਜਾਣਿਆ ਜਾ ਸਕਦਾ। ਦਹਿ ਦਿਸ ਦੇਖੀਏ ਨ ਬਨ ਗ੍ਰਹਿ ਜਾਣੀਏ। लोग वेद विचार अनुमान के न देखियो सुनियो, सुरग प्याल मृत मंडल न जानियो। ये प्रताप लौकिक ते वैदिक ज्ञान दी विचार विच किते नहीं वेख्या सुनिया जांदा। तो स्वर्ग पताल ते मात लोक विच किते भी मनण विच नहीं आउंदा, किते भी मनण विच नहीं आउंदा। भूत भविख न वर्तमान चारो जुग, चतुर बरन खट दर्शन धियाणिए। तो तिन्ना कालां विच 4 जुगां विच 4 वरना आश्रम विच अते 6 दर्शनां विच ध्यान नहीं लियांदा जा सकदा, नहीं। तो गुर सिख संगत मिलाप को प्रताप जैसो, तो तैसो और ठोर सुनिए ना पहचानू।
ਤੋ ਸਤਿਗੁਰੂ ਦੇ ਗੁਰਸਿੱਖਾਂ ਦੀ ਸੰਗਤ ਦਾ ਮਿਲਾਪ ਦਾ ਤੇਜ ਪ੍ਰਤਾਪ ਜਿਹੋ ਜਿਹਾ ਅਲੌਕਿਕ ਤੇ ਅਜੀਬ ਹੈ, ਅਕੱਥ ਹੈ, ਤੇ ਇਹੋ ਜਿਹਾ ਹੋਰ ਕਿਸੇ ਥਾਂ ਤੇ ਵੀ ਨਾ ਸੁਣਿਆ ਜਾਂਦਾ ਹੈ ਤੇ ਨਾ ਵੇਖਿਆ ਜਾਂਦਾ ਹੈ। ਨਾ ਸੁਣਿਆ ਜਾਂਦਾ ਹੈ, ਨਾ ਵੇਖਿਆ ਜਾਂਦਾ ਹੈ। ਊਖ ਮੈਂ ਪਯੂਖ ਰਸ ਰਸਨਾ ਰਹਿਤ ਹੋਏ, ਚੰਦਨ ਸੁਬਾਸ ਤਾਸ ਨਾਸਕਾ ਨਾ ਹੋਤ ਹੈ। ਕਹਿੰਦਾ ਗੰਨੇ ਵਿੱਚ ਅੰਮ੍ਰਿਤ ਵਾਂਗ ਰਸ ਹੁੰਦਾ ਹੈ, ਪਰ ਉਹ ਆਪ ਰਸ ਲੈਣ ਵਾਲੀ ਜੀਭ ਤੋਂ ਬਿਨਾਂ ਹੁੰਦਾ, ਪਰ ਉਹ ਆਪ ਰਸ ਲੈਣ ਵਾਲੀ ਜੀਭ ਤੋਂ ਬਿਨਾਂ ਹੁੰਦਾ। ਸੋ ਚੰਦਨ ਵਿੱਚ ਸੁਗੰਧੀ ਹੁੰਦੀ ਹੈ, ਪਰ ਸੁਗੰਧੀ ਮਾਨਣ ਵਾਲੀਆਂ ਉਸ ਦੀਆਂ ਆਪਣੀਆਂ ਨਾਸਾਂ ਨਹੀਂ ਹੁੰਦੀਆਂ, ਨੱਕ ਨਹੀਂ ਹੁੰਦਾ ਉਦੋਂ। ਗੰਨਾ ਆਪ ਸਵਾਦ ਨਹੀਂ ਮੰਨਦਾ, ਆਪਣਾ ਸਵਾਦ ਆਪ ਨਹੀਂ ਮੰਨਦਾ। ਨਾਦ ਬਾਦ ਸੁਰਤ ਬਿਹੂਨ ਵਿਸਮਾਦਗਤ ਬਬਿਦ ਵਰਨ ਬਿਨ ਦ੍ਰਿਸ਼ਟ ਸੋ ਜੋਤ ਹੈ। ਤੋ ਸੰਗੀਤਕ ਸਾਜ਼ ਅਸਚਰਜਲਾ ਲਿਆਉਣ ਵਾਲੀ ਧੁਨੀ ਹੁੰਦੀ ਹੈ, ਪਰ ਉਹ ਆਪ ਧੁਨੀ ਸੁਣਨ ਵਾਲੇ ਕੰਨਾਂ ਤੋਂ ਬਿਨਾਂ ਹੁੰਦੇ। ਤੋ ਅੱਖਾਂ ਨੂੰ ਮੋਹਣ ਵਾਲੇ ਅਨੇਕਾਂ ਤਰ੍ਹਾਂ ਦੇ ਸੁੰਦਰ ਜੋਤੀ ਵਾਲੇ ਰੂਪ ਰੰਗ ਹੁੰਦੇ ਹਨ, ਪਰ ਉਹ ਆਪ ਸੁੰਦਰਤਾ ਨੂੰ ਵੇਖਣ ਵਾਲੀਆਂ ਅੱਖਾਂ ਤੋਂ ਬਿਨਾਂ ਹੁੰਦੇ ਹਨ। ਪਰਸ ਪਰਸ ਨ ਸਪਰਸ ਉਸਨ ਸੀਤ, ਸੋ ਕਰ ਚਰਨ ਹੀਣ ਧਰ ਔਖ ਦੀ ਅਦੂਤ ਹੈ। ਪਾਰਸ ਕਈ ਧਾਤਾਂ ਨੂੰ ਛੂੰਹਦਾ ਹੈ ਤੇ ਸੋਨਾ ਬਣਾਉਂਦਾ ਹੈ, ਪਰ ਆਪ ਉਸ ਨੂੰ ਗਰਮੀ ਸਰਦੀ ਤੇ ਸਪਰਸ਼ ਦਾ ਕੋਈ ਅਸਰ ਨਹੀਂ ਹੁੰਦਾ। ਧਰਤੀ ਜੜੀ ਬੂਟੀਆਂ ਆਦਿ ਬਨਸਪਤੀ ਉਗਾਉਂਦੀ ਹੈ, ਪਰ ਆਪ ਹੱਥ ਪੈਰ ਤੋਂ ਬਿਨਾਂ ਕਿਤੇ ਚੱਲ ਕੇ ਨਹੀਂ ਜਾ ਸਕਦੀ। ਜਾਹੇ ਪੰਚ ਦੋਖ ਨਿਰਦੋਖ ਮੋਖ ਪਾਵੇ ਕੈਸੇ, ਗੁਰਮੁਖ ਸਹਿਜ ਸੰਤੋਖ ਹੋਏ ਅਛੂਤ ਹੈ। ਤੋ ਜਿਸ ਮਨੁੱਖ ਵਿੱਚ ਉਪਰੋਕਤ ਪੰਜੇ ਵਿਸ਼ੇ ਹੋਣ, ਭਾਵ ਪੰਜੇ ਗਿਆਨ ਇੰਦਰੀ ਜੀਭ ਨੱਕ ਕੰਨ ਨੇਤਰ, ਤੋ ਤੁਚਾ ਪੰਜਾਂ ਦੀ ਔਗਣਾ ਰਸ ਗੰਧ ਸਰੋਤ ਰੂਪ ਤੇ ਸਪਰਸ਼ ਵਿੱਚ ਖਚਤ ਹੋਣ, ਉਹ ਨਿਰਵਿਕਾਰ ਮੋਖ ਪਦ ਕਿਵੇਂ ਪਾ ਸਕਦਾ ਹੈ? ਤੋ ਕੇਵਲ ਸਤਿਗੁਰੂ ਦੇ ਆਗਿਆਕਾਰੀ ਗੁਰਮੁਖ ਜਨ ਹੀ ਸਹਿਜ ਸੰਤੋਖ ਵਿੱਚ ਰਹਿ ਕੇ ਇਹਨਾਂ ਪੰਜਾਂ ਇੰਦਰੀਆਂ ਤੇ ਵਿਕਾਰਾਂ ਦੇ ਰਸਾਂ ਤੋਂ ਬਚੇ ਹੁੰਦੇ ਹਨ। ਮਤਲਬ ਦੱਸਿਆ ਹੈ, ਜਹ ਪੰਜ ਦੋਖ ਨਿਰਦੋਖ ਮੋਖ ਪਾਵੇ ਕੈਸੇ। ਜਿੱਥੇ ਪੰਜ ਗਿਆਨ ਇੰਦਰੀਆਂ ਵਿਕਾਰਾਂ ਵਿੱਚ ਲੱਗੇ ਹੋਏ ਆ, ਔਗਣ ਹੀ ਪੈਦਾ ਕਰਦੇ ਆ, ਤੇ ਔਗਣ ਵੀ ਤਕੜੇ ਆ, ਤੇ ਕਿਵੇਂ ਪਾ ਸਕਦਾ? ਮਤਲਬ ਗੁਰਮੁਖ ਤਾਂ ਬਣ ਗਿਆ, ਗੁਰੂ ਨਾਨਕ ਨੇ ਮਿਹਰ ਕੀਤੀ, ਤੁਹਾਡੇ ਤੇ ਮਿਹਰ ਕੌਣ ਕਰੂਗਾ? ਤੁਹਾਡੇ ਤੇ ਮਿਹਰ ਕੌਣ ਕਰੂਗਾ? ਤੋ ਨੇਫਲ ਜੇਬਾ ਹੈ ਸ਼ਬਦ ਸੁਆਦਹੀਨ, ਤੇ ਨੇਫਲ ਸੁਰਤ ਨਾ ਅਨਹਦ ਨਾਦ ਹੈ। ਗੁਰੂ ਸ਼ਬਦ ਵਾਹਿਗੁਰੂ ਸਿਮਰਨ ਦੇ ਸਵਾਦ ਤੋਂ ਸਖਣੀ ਅੰਮ੍ਰਿਤ ਰਸ ਨਹੀਂ ਆਇਆ, ਜੇ ਸਵਾਦ ਤੋਂ ਸਖਣੀ ਜੀਵ ਵਿਅਰਥ ਹੈ, ਅਤੇ ਨਾਮ ਸਿਮਰਨ ਦੀ ਅਨਹਦ ਧੁਨੀ ਦੀ ਸੁਣਨ ਤੋਂ ਇਹਨੇ ਕੰਨ ਫਜ਼ੂਲ ਹਨ। ਅੰਦਰ ਕੰਨਾਂ ਵਿੱਚ ਵਾਹਿਗੁਰੂ ਨਾਮ ਸਿਮਰਨ ਦੀ ਧੁਨੀ ਨਹੀਂ ਸੁਣੀ, ਤੋ ਕੰਨ ਵਿਚਾਰਾ ਐਵੇਂ ਫਜ਼ੂਲ ਹੀ ਹੈ। ਤੋ ਨੇਫਲ ਦ੍ਰਿਸ਼ ਨਾ ਆਪਾਂ ਆਪ ਦੇਖੀਏ। ਤੋ ਭਾਈ ਅੱਖਾਂ ਨਕਮੀਆਂ ਹਨ, ਜਿਨ੍ਹਾਂ ਨੇ ਆਪਣੇ ਨਿਜ ਸਰੂਪ ਨੂੰ ਨਹੀਂ ਦੇਖਿਆ ਕਿ ਮੈਂ ਕੌਣ, ਮੈਂ ਵਾਹਿਗੁਰੂ ਦਾ ਪੁੱਤਰ ਵਾਹਿਗੁਰੂ। ਨੇਫਲ ਸੁਆਸ ਨਹੀਂ ਬਾਸ ਪਰਮਾਦ ਹੈ। ਤੇ ਨੇਫਲ ਜੇ ਅੰਮ੍ਰਿਤ ਰਸ ਦਾ ਸਵਾਦ ਹੀ ਨਹੀਂ ਆਇਆ, ਭਾਈ ਉਹ ਜਿਨ੍ਹਾਂ ਵਿੱਚ ਵਾਹਿਗੁਰੂ ਨਾਮ ਦੀ ਸੁਗੰਧੀ ਨਹੀਂ। ਤੋ ਨੇਫਲ ਸੁਆਸ ਸਾ ਨਹੀਂ ਬਾਸ ਪਰਮਾਦ ਹੈ। ਕਿਆ ਉੱਚੀਆਂ ਗੱਲਾਂ ਕਹੀਆਂ। ਉਹ ਸਵਾਸ ਬਿਰਥੇ ਹਨ ਜਿਨ੍ਹਾਂ ਵਿੱਚ ਵਾਹਿਗੁਰੂ ਨਾਮ ਦੀ ਸੁਗੰਧੀ ਨਹੀਂ ਹੈਗੀ। ਤੋ ਨੇਫਲ ਕਰ ਗੁਰ ਪਾਰਸ ਪਰਸ ਬਿਨ, ਤੇ ਗੁਰਮੁਖ ਮਾਰਗ ਬਿਹੂਣ,
ਪੱਕ ਬਾਧ ਹੈ। ਪਾਰਸ ਗੁਰੂ ਨਾਨਕ ਪਾਰਸ ਦੇ ਚਰਨ ਕਮਲਾਂ ਨੂੰ ਪਰਸੇ ਬਿਨਾ ਹੱਥ ਕਿਸੇ ਲੇਖੇ ਨਹੀਂ, ਅਤੇ ਸਤਿਗੁਰੂ ਦੇ ਦੁਆਰੇ ਨਾ ਜਾਣ ਵਾਲੇ ਪੈਰ ਵਿਅਰਥਨ ਗੁਰਦੁਆਰੇ ਨਹੀਂ ਗਏ। ਗੁਰਮੁਖ ਮਾਰਗ ਵਿਹੋਣ ਪੱਗ ਬਾਧ ਹੈ। ਗੁਰਦੁਆਰੇ ਨਹੀਂ ਜਾਂਦੇ, ਸੰਗਤ ਤੇ ਜਾਂਦੇ, ਸਿਮਰਨ ਨਹੀਂ ਕਰਦੇ, ਉਹ ਪੈਰ ਹੀ ਵਿਅਰਥ ਹੈ। ਗੁਰਮੁਖ ਅੰਗ ਅੰਗ ਪੰਗ ਸਰ ਬੰਗ ਲਿਵ, ਦ੍ਰਿਸ਼ਟ ਸੂਰਤ ਸਾਧ ਸੰਗਤ ਪ੍ਰਸਾਦ ਹੈ। ਤੋ ਸਤਿਗੁਰੂ ਦੀ ਆਗਿਆਕਾਰੀ ਗੁਰਸਿੱਖਾਂ ਦੇ ਅੰਗ ਅੰਗ ਪਵਿੱਤਰ ਹਨ। ਕਿਉਂ? ਸਾਧ ਸੰਗਤ ਦੀ ਕਿਰਪਾ ਨਾਲ ਸਮੂਹ ਅੰਗਾਂ ਕਰਕੇ ਸਤਿਗੁਰੂ ਦੇ ਦਰਸ ਧਿਆਨ ਵਿੱਚ, ਉਹਨਾਂ ਦੇ ਦ੍ਰਿਸ਼ਟੀ ਅਤੇ ਨਾਮ ਅਭਿਆਸ ਵਿੱਚ ਸੁਰਤੀ ਦੀ ਲਿਵ ਲੱਗੀ ਰਹਿੰਦੀ। ਪਸ਼ੂਆ ਮਨੁੱਖ ਦੇ ਅੰਤਰ ਇਹ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਤੇ ਮਨੁੱਖ ਦੀ ਦੇਹੀ ਵਿੱਚ ਇਹੋ ਹੀ ਫਰਕ ਹੈ ਕਿ ਮਨੁੱਖ ਸ਼ਬਦ ਸੁਰਤ ਨੂੰ ਦੇ ਮਿਲਾਪ ਦੀ ਸੋਝੀ ਹੈ ਕਿ ਵਾਹਿਗੁਰੂ ਸਿਮਰਨ ਕਰਕੇ ਸੁਰਤ ਲਾ ਕੇ ਮਿਲਾਪ ਕਿਵੇਂ ਕਰਨਾ ਹੈ, ਉਹਨੂੰ ਸ਼ਬਦ ਸੁਰਤ ਦੀ ਸੋਝੀ। ਤੇ ਪਰ ਪਸ਼ੂ ਗਿਆਨ ਤੋਂ ਸਖਣਾ ਹੈ। ਪਸ਼ੂ ਹਰਿਆਓ ਕਹਿਓ ਸੁਣਿਓ ਅਨਸੁਣਿਓ ਕਰੇ, ਤੇ ਮਾਨਸ ਜਨਮ ਉਪਦੇਸ਼ ਰਿਦੇ ਟੇਕ ਹੈ। ਤੇ ਪਸ਼ੂ ਨੂੰ ਹਰੀ ਖੇਤੀ ਵੱਲੋਂ ਰੁਕਣ ਲਈ ਕਿਹਾ ਜਾਏ ਤਾਂ ਉਹ ਸੁਣੇ ਨੂੰ ਅਨਸੁਣਿਆ ਕਰਦਾ ਹੈ। ਪਰ ਮਨੁੱਖਾ ਜਨਮ ਵਾਲਾ ਪ੍ਰਾਣੀ ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਂਦਾ ਹੈ। ਤੋ ਪਸ਼ੂਆ ਸ਼ਬਦਹੀਨ ਜੇਬਾ ਨਾ ਬੋਲ ਸਕੇ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਤੋ ਸ਼ਬਦ ਤੋਂ ਹੀਣਾ ਪਸ਼ੂ ਜੀਭ ਨਾਲ ਬੋਲ ਨਹੀਂ ਸਕਦਾ, ਪਰ ਮਨੁੱਖਾ ਜਨਮ ਵਾਲਾ ਤਾਂ ਅਨੇਕਾਂ ਬਚਨ ਬੋਲਦਾ ਹੈ। ਤੋ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ, ਨਾਤੁਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਮਨੁੱਖ ਜੇ ਗੁਰੂ ਸ਼ਬਦ ਦੀ ਸਰੋਤ ਸੁਣੇ, ਵਾਹਿਗੁਰੂ ਨੂੰ ਸਿਮਰਨ ਨੂੰ ਸੁਣੇ, ਬਾਣੀ ਸੁਣੇ, ਸ਼ਬਦ ਸੁਰਤ ਹੁੰਦਾ। ਸ਼ਬਦ ਮੈਨੇ ਵਾਹਿਗੁਰੂ, ਸੁਰਤ ਮੈਨੇ ਧਿਆਨ। ਜੇ ਤਾਂ ਮੂੰਹੋਂ ਵਾਹਿਗੁਰੂ ਬੋਲ ਕੇ ਵਾਹਿਗੁਰੂ ਵਾਹਿਗੁਰੂ ਸੁਰਤ ਨੂੰ ਸੁਣਦਾ ਜਪਦਾ ਤਾਂ ਸਮਝੋ ਸਮਝਦਾ, ਸੁਣੇ ਸਮਝੇ ਤੇ ਬੋਲੇ, ਵਾਹਿਗੁਰੂ ਬੋਲੇ ਸਮਝੇ ਤੇ ਸੁਣੇ ਤਾਂ ਉਹ ਤਾਂ ਸੋਝੀਵਾਨ ਵਿਵੇਕੀ ਹੈ। ਨਹੀਂ ਤਾਂ ਉਹ ਵੀ ਅਗਿਆਨੀ ਪਸ਼ੂ ਪ੍ਰੇਤਾਂ ਵਿੱਚੋਂ ਇੱਕ ਮੂਰਖ ਪਸ਼ੂ ਹੈ। ਜੇ ਵਾਹਿਗੁਰੂ ਸਿਮਰਨ ਦੀ ਗੱਲ ਨਹੀਂ ਸਮਝੀ, ਜੇ ਵਾਹਿਗੁਰੂ ਸਿਮਰਨ ਦੀ ਗੱਲ ਨਹੀਂ ਸਮਝੀ, ਨਾਤਰ ਨਹੀਂ ਤਾਂ ਅਚੇਤ ਪਸ ਪ੍ਰੇਤ ਹੂੰ ਮੈਂ ਇੱਕ ਹੈ। ਤੇ ਉਹ ਵੀ ਤਾਂ ਫਿਰ ਪਸ਼ੂ ਪ੍ਰੇਤ ਅਗਿਆਨੀ ਹੈ, ਪਸ਼ੂ ਹੈ। ਪ੍ਰੇਤਾਂ ਵਿੱਚੋਂ ਇੱਕ ਮੂਰਖ ਪਸ਼ੂ ਹੈ, ਇੱਕ ਮੂਰਖ ਪਸ਼ੂ ਹੈ। ਦੇਖਿਆ ਜੇ ਮਨੁੱਖਾ ਜਨਮ ਲੈ ਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਜਾਂ ਵਾਹਿਗੁਰੂ ਨੂੰ ਜਾਣਿਆ ਨਹੀਂ, ਜਾਂ ਵਾਹਿਗੁਰੂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਸੰਗਤ ਵਿੱਚ ਹੀ ਨਹੀਂ ਆਇਆ, ਕੋਈ ਸਿਮਰਨ ਵਾਲੀ ਗੱਲ ਨਹੀਂ, ਕੋਈ ਅੰਮ੍ਰਿਤ ਨਹੀਂ ਛਕਿਆ, ਤੇ ਫਿਰ ਪਸ਼ੂ ਪ੍ਰੇਤ ਹੀ ਜਾਊਗੀ। ਕੀ ਆ? ਉਹ ਪਸ਼ੂ ਪ੍ਰੇਤ ਵਰਗਾ ਹੀ ਆ। ਸ਼ਬਦ ਸੁਰਤਹੀਨ ਪਸ਼ੂਆ ਪਵਿੱਤਰ ਦੇ, ਤੋ ਖੜ ਖਾਏ ਅੰਮ੍ਰਿਤ ਪ੍ਰਵਾਹ ਕੋ ਸੁਆਓ ਹੈ। ਸ਼ਬਦ ਦੀ ਸੋਝੀ ਤੋਂ ਹੀਣੇ ਮਨੁੱਖ ਨਾਲੋਂ ਪਸ਼ੂ ਦਾ ਸਰੀਰ ਪਵਿੱਤਰ ਹੈ, ਜੋ ਘਾਹ ਫੂਸ ਖਾਂਦਾ ਹੈ ਪਰ ਅੰਮ੍ਰਿਤ ਸਮਾਨ ਦੁੱਧ ਦੇ ਪ੍ਰਵਾਹ ਦਾ ਲਾਭ ਪਹੁੰਚਾਉਂਦਾ ਹੈ। ਅੰਮ੍ਰਿਤ ਪ੍ਰਵਾਹ ਕੋ ਸੁਆਓ ਹੈ। ਗੋਬਰ ਗੋਮੂਤਰ ਸੂਤਰ ਪਰਮ ਪਵਿੱਤਰ ਭਏ, ਮਾਨਸ ਦੇਈ ਨਖਿਦ ਅੰਮ੍ਰਿਤ ਅਪਿਆਉ ਹੈ। ਪਹਿਲਾਂ ਵੀ ਇਹੋ ਗੱਲ ਦੱਸੀ ਕਿ ਜੇ ਤੁਸੀਂ ਮਨੁੱਖਾ ਜਨਮ ਹਾਸਲ ਕਰਕੇ ਵਾਹਿਗੁਰੂ ਨੂੰ ਅੰਦਰੋਂ ਲੱਭਣ, ਤੂੰ ਵਾਹਿਗੁਰੂ ਹੀ ਆ, ਤੇ ਜੇ ਵਾਹਿਗੁਰੂ ਨੂੰ ਅੰਦਰੋਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਭਾਈ ਫਿਰ ਤੂੰ ਪਸ਼ੂ ਹੀ ਆ। ਤੂੰ ਕੀ ਆ? ਪਸ਼ੂ ਨਾਲੋਂ ਵੀ ਭੈੜਾ ਪ੍ਰੇਤ ਹੈ। ਪ੍ਰੇਤ ਤਾਂ ਬਹੁਤ ਭੈੜਾ ਹੁੰਦਾ। ਭੂਤ ਹੈ, ਭੂਤ ਤਾਂ ਬਹੁਤ ਭੈੜਾ ਹੁੰਦਾ, ਉਹ ਤਾਂ ਬੜੀ ਬਰਬਾਦੀ ਕਰਦਾ। ਇੱਥੇ ਦੱਸਿਆ ਵੀ ਦੇਖੋ ਜਿਹੜਾ ਉਹ ਸ਼ਬਦ ਸੁਰਤਹੀਨ ਹੈ, ਉਹਨੂੰ ਸਮਝ ਨਹੀਂ।